याद नहीं सी कोई पुत्र नहीं सी। राज भाग बहुत सी, राज भाग बहुत है, माया बथेरी है, पर राज भाग नूं सामण वाला नहीं है कोई। जान सुनिया राज दियां गद्दियां बाजों प्यारे पुत्रां दे, राज गद्दियां ते बैठण वाला नहीं है कोई। बड़े थावां ते गए कदे उधर कदे उधर, कि तू खैर नहीं कोई। चलदे चलदे पटने की धरती ते पहुंचे हैं पंडित शिवदत्त कोले। पंडित जी किरपा करो, बेनती प्रवान करो। कहते कादी? अरदास करो साडे घर पुत्र हो जाए। कहते पुत्र चाहिए? कहते हाँ। जे पुत्र लेना है आ पटना साहब की धरती दे उत्ते आया मालिक, जो मांगे ठाकुर अपने ते सोई सोई देवे। वो सब दियां रीझां आसां पूरीआं करदे हन, ओ देणगे पुत्रां दे दाते। ओ ने दत्ता दाता एक है सब को देवनहारो, सब ते किरपा करदे हैं। जाओ उन्हां दे दर ते। कहंदे कौन? कहंदे कलगियां वाले गुरु गोबिंद सिंह महाराज जी, गोबिंद राय। ਅਸੀਂ ਤਾਂ ਕਦੇ ਮਿਲੇ ਨਹੀਂ, ਉਹਨਾਂ ਨੂੰ ਦਰਸ਼ਨ ਨਹੀਂ ਕੀਤੇ। ਕਿੱਥੇ ਨੇ ਮਹਾਰਾਜ? ਕਿੱਦਾਂ ਦੇ ਨੇ? ਕਹਿੰਦੇ ਜਾਓ ਪਟਨੇ ਦੀ ਧਰਤੀ ਤੇ, ਗਲੀਆਂ 'ਚ ਮਿਲ ਜਾਣਗੇ ਤੁਹਾਨੂੰ ਖੇਡਦੇ। ਕਲਗੀ ਲੱਗੀ ਹੋਣਗੇ, ਚੋਲਾ ਪਾਇਆ ਹੋ ਮਹਾਰਾਜ ਦੇ, ਹੱਥ ਵਿੱਚ ਤੀਰ ਫੜੇ ਹੋਣਗੇ। ਮਹਾਰਾਜ ਦਗ ਦਗ ਕਰਦਾ ਚਿਹਰਾ ਉਹਨਾਂ ਦਾ, ਕਿਉਂਕਿ ਪੰਡਤ ਸ਼ਿਵਦੱਤ ਦਰਸ਼ਨ ਕਰ ਚੁੱਕੇ ਹੈ। ਦੱਸ ਰਿਹਾ ਮਹਾਰਾਜ ਇਦਾਂ ਦੇ ਨੇ, ਮਿਲ ਜਾਣਗੇ ਤੁਹਾਨੂੰ। ਲਿਆਓ ਸੰਗਤ ਜੀ। ਰਾਣੀ ਮਹਿਣੀ ਰਾਜਾ ਫਤਿਹ ਜਦ ਤੁਰ ਪਏ, ਜਾਂਦੇ ਜਾਂਦੇ ਅਰਦਾਸਾਂ ਕਰਦੇ ਜਾਂਦੇ, ਮਾਲਕ ਜੀ ਕਿਰਪਾ ਕਰ ਦਿਓ, ਦਰਸ਼ਨ ਦੇ ਦਿਓ। ਅਰਦਾਸ ਪ੍ਰਵਾਨ ਹੋ ਗਈ। ਕਲਗੀਆਂ ਵਾਲੇ ਬੱਚਿਆਂ ਦੇ ਨਾਲ ਖੇਡਦੇ ਆ ਰਹੇ ਨੇ, ਮੁਸਕਰਾਉਂਦੇ ਆ ਰਹੇ ਨੇ। ਇੱਧਰ ਨੂੰ ਇੱਧਰੋਂ ਰਾਜਾ ਫਤਿਹ ਜਦ ਰਾਣੀ ਮਹਿਣੀ ਜਾ ਰਹੀ ਹੈ, ਉਧਰੋਂ ਮਹਾਰਾਜ ਆ ਰਹੇ ਨੇ। ਜਦੋਂ ਕੋਲ ਆਏ ਰਾਣੀ ਮਹਿਣੀ ਵੱਲ ਤੱਕਿਆ ਮਹਾਰਾਜ ਨੇ, ਇਹ ਜਿਹਾ ਤੱਕਿਆ ਸਾਧ ਸੰਗਤ ਮੋਹਿ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਇਹ ਜੀ ਅਵਸਥਾ ਬਣਾਤੀ ਰਾਣੀ ਮਹਿਣੀ ਦੀ। ਕਾਹਦਾ ਤੱਕਿਆ? ਨੀਂਦਰਾਂ ਹੀ ਉੱਡ ਗਈਆਂ। ਤੱਕਿਆ, ਦਰਸ਼ਨ ਕੀਤੇ ਰਾਣੀ ਮਹਿਣੀ। ਦਰਸ਼ਨ ਕਰਕੇ ਮਹਾਰਾਜ ਦੇ ਬੋਲਦਾ ਨਹੀਂ ਹੋਇਆ ਕੁਝ। ਮਹਿਲਾਂ 'ਚ ਚਲੀ ਗਈ ਆਪਣੇ, ਜਾ ਕੇ ਮਹਿਲਾਂ ਦੇ ਵਿੱਚ ਦਰਸ਼ਨ ਔਰ ਅਰਦਾਸਾਂ ਕਰਦੀ ਹੈ। ਕਲਗੀਆਂ ਵਾਲੇ ਦੇ ਚਰਨਾਂ ਦੇ ਵਿੱਚ ਮਹਾਰਾਜ ਜੀ ਮੇਰੇ ਤੇ ਕਿਰਪਾ ਕਰੋ। ਬਰਾਗ ਇੰਨਾ ਚੜ ਗਿਆ, ਅੱਖਾਂ 'ਚ ਪਾਣੀ। ਆਪਣੇ ਮਹਿਲਾਂ 'ਚ ਆ ਕੇ ਅਰਦਾਸਾਂ ਲਾਗੀ ਕਰਨ, ਹੱਥ ਜੋੜੇ ਨੇ, ਅੱਖਾਂ ਬੰਦ ਨੇਤਰ, ਬੇਨਤੀਆਂ ਕਰਦੀ ਹੈ ਮਹਾਰਾਜ ਨੂੰ। ਵਿਰਾਗ ਦੇ ਵਿੱਚ ਆ ਕੇ ਆਓ ਆਪਾਂ ਵੀ ਕਰ ਲਈਏ। ਮੇਰੇ ਬਾਜਾ ਵਾਲੇ
ਆਏ ਮਹਾਰਾਜ ਜੀ। ਭਾਈ ਜਗਤਾ ਵੀ ਯਾਦ ਕਰਦਾ ਹੁੰਦਾ ਸੀ ਮਹਾਰਾਜ ਨੂੰ, ਸੈਦਾ ਮਲਾਹ ਵੀ ਕਹਿੰਦਾ ਹੁੰਦਾ ਸੀ ਮਹਾਰਾਜ ਕਦੋਂ ਦਰਸ਼ਨ ਦਿਓਗੇ। ਜਦੋਂ ਆਏ ਫਿਰ ਮਹਾਰਾਜ ਕਲਗੀਆਂ ਵਾਲੇ ਆਏ, ਚੱਲ ਆਈਆਂ ਨਾਲ ਬਹਾਰਾਂ, ਵਾਲਿਆਂ ਵਾਲੇ ਆਏ ਆਈਆਂ ਨਾਲ ਬਹਾਰਾਂ, ਕਲਗੀਆਂ ਵਾਲੇ ਆਏ ਚੱਲ ਆਈਆਂ ਨਾਲ ਬਹਾਰਾਂ, ਵਾਲੇ ਆਏ ਚੱਲ ਆਈਆਂ ਨਾਲ ਬਹਾਰਾਂ, ਕਲਗੀਆਂ ਵਾਲੇ ਜਦੋਂ ਆਏ ਰਾਣੀ ਮੈਣੀ ਨੇ ਅੱਖਾਂ ਬੰਦ ਨੇ। ਮਹਾਰਾਜ ਕਹਿੰਦੇ ਮਾਤਾ ਮਾਂ ਆਖਿਆ ਅੱਖਾਂ ਖੋਲ ਮੈਂ ਆ ਗਿਆ। ਸੰਗਤ ਜੀ ਰਾਣੀ ਮੈਣੀ ਨੂੰ ਲੱਗਦਾ ਵੀ ਸੁਪਨੇ 'ਚ ਆਏ ਨੇ ਮਹਾਰਾਜ, ਅੱਖਾਂ ਬੰਦ ਨੇ ਨਾ। ਮਹਾਰਾਜ ਕਹਿੰਦੇ ਮੈਂ ਸੁਪਨੇ 'ਚ ਨਹੀਂ ਆਇਆ ਮਾਤਾ, ਅੱਖਾਂ ਖੋਲ, ਸੱਚਮੁੱਚ ਆਏ ਨੇ, ਸਾਹਮਣੇ ਖੜਾ ਤੇਰੇ। ਸੰਗਤ ਜੀ ਰਾਣੀ ਮੈਣੀ ਅੱਖਾਂ ਨਾ ਖੋਲੇ। ਨਹੀਂ ਮਹਾਰਾਜ ਮੈਂ ਅੱਖਾਂ ਨਹੀਂ ਖੋਲਣੇ, ਤੁਸੀਂ ਚਲੇ ਜਾਓਗੇ, ਮਸਾਂ ਆਇਆ ਅੱਖਾਂ 'ਚ ਬੰਦ ਕਰਕੇ ਰੱਖਣਾ, ਤੁਹਾਨੂੰ ਹੁਣ ਨਹੀਂ ਜਾਣ ਦੇਣਾ। ਇਹ ਪਿਆਰ ਵਾਲਿਆਂ ਦੀ ਗੱਲ ਹੈ, ਪ੍ਰੇਮ ਵਾਲਿਆਂ ਦੀ ਗੱਲ ਹੈ। ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਪਾ ਲਿਆ, ਹੁਣ ਨਹੀਂ ਜਾਣ ਦੇ। ਨਹੀਂ ਮਾਤਾ ਅੱਖਾਂ ਦਾ ਖੋਲ, ਸੱਚਮੁੱਚ ਆਇਆ। ਜਦੋਂ ਮਹਾਰਾਜ ਨੇ ਬਹੁਤਾ ਆਖਿਆ ਫਿਰ ਅੱਖਾਂ ਖੋਲੀਆਂ। ਰਾਣੀ ਮੈਣੀ ਕੀ ਤੱਕਦੀ ਹੈ? ਜਿਹੜੀ ਮੂਰਤ ਦਾ ਧਿਆਨ ਧਰਿਆ ਹੋਇਆ ਸੀ, ਉਹ ਮੂਰਤ, ਉਹ ਸੋਹਣਾ ਮੁਖੜਾ, ਉਹ ਬਾਜਾਂ ਵਾਲੇ ਸਾਹਮਣੇ ਪ੍ਰਤੱਖ। ਇੰਨਾ ਬੈਰਾਗ, ਅੱਖਾਂ 'ਚੋਂ ਪਾਣੀ, ਰੋ ਰੋ ਕੇ ਚਰਨ ਧੋਤੇ ਮਹਾਰਾਜ ਨੇ। ਫਿਰ ਆਖਿਆ ਮਾਂ ਕਿਵੇਂ ਯਾਦ ਕੀਤਾ ਹੈ, ਕਿਵੇਂ ਬੁਲਾਇਆ ਮੈਨੂੰ? ਕਹਿੰਦੀ ਮਹਾਰਾਜ ਬੇਨਤੀ ਹੈ। ਕਿਹੜੀ? ਕਿਸੇ ਸਮੇਂ ਬਸੰਤ ਕੌਰ ਨੇ ਵੀ ਕੀਤੀ ਸੀ, ਮਹਾਰਾਜ ਜੀ ਤੁਹਾਡੇ ਵਰਗਾ ਪੁੱਤਰ ਚਾਹੀਦਾ ਹੈ। ਕਲਗੀਆਂ ਵਾਲੇ ਕਹਿੰਦੇ ਮੇਰੇ ਵਰਗਾ ਪੁੱਤਰ ਤਾਂ ਮਾਤਾ ਗੁਜਰ ਕੌਰ ਹੀ ਜੰਮ ਸਕਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੇਰੇ ਵਰਗੇ ਪੁੱਤਰ ਨੂੰ ਜਨਮ ਦੇਣਾ ਇਹ ਮਾਤਾ ਗੁਜਰ ਕੌਰ ਦੇ ਹਿੱਸੇ ਆਇਆ ਹੈ। ਅੱਜ ਰਾਣੀ ਮੈਣੀ ਨੇ ਵੀ ਆਖਿਆ ਮਾਲਕ ਜੀ ਜੇ ਕਿਰਪਾ ਕਰਨੀ ਆ ਕਿ ਕਰੋ। ਕਹਿੰਦੇ ਕਾਹਦੀ? ਕਹਿੰਦੇ ਤੁਹਾਡੇ ਵਰਗਾ ਲਾਲ ਚਾਹੀਦਾ ਹੈ, ਤੁਹਾਡੇ ਵਰਗਾ ਪੁੱਤਰ ਚਾਹੀਦਾ ਹੈ। ਕਹਿੰਦੇ ਮੇਰੇ ਵਰਗਾ ਤਾਂ ਮੈਂ ਹੀ ਆ, ਮੈਨੂੰ ਹੀ ਆਪਣਾ ਲਾਲ ਬਣਾ ਲਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਸਮਾਂ ਹੋ ਗਿਆ, ਇੱਕ ਧਾਰਨਾ ਪੜ੍ਹ ਕੇ ਸਮਾਪਤੀ ਕਰਾਂਗਾ। ਹੋਈਆਂ ਭੁੱਲਾਂ ਦੀ ਖਿਮਾ। ਕਲਗੀਧਰ ਪਾਤਸ਼ਾਹ ਕਹਿੰਦੇ ਮੈਨੂੰ ਹੀ ਆਪਣਾ ਪੁੱਤ ਬਣਾ ਲੈ। ਇੰਨਾ ਪਿਆਰ ਦਿੱਤਾ, ਇੰਨਾ ਪ੍ਰੇਮ ਦਿੱਤਾ ਰਾਣੀ ਮੈਣੀ ਨੂੰ ਕਿ ਮਾਂ ਬਣਨ ਦੀ ਇੱਛਾ ਹੀ ਖਤਮ ਹੋ ਗਈ। ਕਹਿ ਦਿੱਤਾ ਮਾਤਾ ਅੱਜ ਤੋਂ ਦੋ ਮਾਵਾਂ ਨੇ ਮੇਰੀਆਂ, ਮਾਤਾ ਗੁਜਰ ਕੌਰ ਵੀ ਮੇਰੀ ਮਾਂ ਹੈ, ਤੂੰ ਵੀ ਮੇਰੀ ਮਾਂ ਹੈ। ਇੰਨਾ ਪ੍ਰੇਮ ਦਿੱਤਾ, ਜਿੱਦਾਂ ਜਿੱਦਾਂ ਦੀ ਭਾਵਨਾ ਸੀ ਰੱਖ ਕੇ ਆਇਆ ਸਤਿਗੁਰ ਦੇ ਦਰ ਤੇ। ਸਤਿਗੁਰ ਨੇ ਉਹਦੀ ਭਾਵਨਾ ਨੂੰ ਪੂਰਾ ਕੀਤਾ, ਫਲ ਲਾਇਆ। ਆਓ ਮਹਾਰਾਜ ਦੇ ਦਰ ਤੋਂ ਇਹ ਮੰਗ ਮੰਗਣੀ ਹੈ। ਮਾਲਕ ਜੀ ਜਿਵੇਂ ਆਪ ਜੀ ਨੇ ਰਾਣੀ ਮੈਣੀ ਤੇ ਕਿਰਪਾ ਕੀਤੀ, ਪੰਡਤ ਸ਼ਿਵਦੱਤ ਦੇ ਉੱਤੇ ਰਹਿਮਤ ਕੀਤੀ ਹੈ, ਸੈਦੇ ਮਲਾਹ ਨੂੰ ਉਤਾਰਿਆ, ਭਾਈ ਜਗਤੇ ਨੂੰ ਉਤਾਰਿਆ, ਸਾਡੇ ਤੇ ਵੀ ਕਿਰਪਾ ਕਰਦੇ। ਸਤਿਗੁਰ ਮੇਰੇ ਕਲਗੀਆਂ ਵਾਲੇ ਚਰਨਾਂ ਨਾਲ ਜੋੜੀ ਰੱਖਣਾ। ਸਤਿਗੁਰ ਮੇਰੇ ਬਾਜਾਂ 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 ਵਾਲੇ
ਸੇਵਾ ਦੀ ਚੜ੍ਹਦੇ ਮਸਤੀ ਨਾਮ ਦੀ ਲੋਕੀ ਰੱਖਣਾ 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 ਇਤਨੀ ਕਹਾਣੀ ਪ੍ਰਵਾਨ ਕਰਿਓ ਹੋਈਆਂ ਭੁੱਲਾਂ ਦੀ ਖਿਮਾ ਸਾਰੀ ਸੰਗਤ ਦਾ ਧੰਨਵਾਦ ਮਹਾਂਪੁਰਖਾਂ ਦਾ ਧੰਨਵਾਦ ਮਹਾਂਪੁਰਖਾਂ ਦੇ ਜਿਤਨੇ ਵੀ ਵਿਹੰਗਮ ਸਿੰਘ ਨੇ ਸੇਵਾਦਾਰ ਨੇ ਸਾਰਿਆਂ ਦਾ ਧੰਨਵਾਦ ਹੈ ਔਰ ਬਾਬਾ ਜੀ ਆਏ ਨੇ ਸਟੇਜ ਤੇ ਜਿਤਨੇ ਵੀ ਮਹਾਂਪੁਰਸ਼ ਆਏ ਨੇ ਸਾਰਿਆਂ ਦਾ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰ ਹੈ ਜਿਨ੍ਹਾਂ ਨੇ ਕਿਰਪਾ ਕੀਤੀ ਰਲ ਮਿਲ ਬੈਠਣ ਦਾ ਸਮਾਂ ਬਖਸ਼ਿਆ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀਆਂ ਸ੍ਰੀ ਹਜੂਰ ਬਾਬਾ ਜੀ ਦੇ ਅਵਤਾਰ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਹੋਈਆਂ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਮਹਾਂਪੁਰਖ ਬਾਬਾ ਸੰਤੋਖ ਸਿੰਘ ਜੀ ਖਾਲਸਾ ਮਰੇਕੋਟਲੇ ਆਏ ਬਹੁਤ ਹੀ ਪ੍ਰੇਮ ਦੇ ਨਾਲ ਬਹੁਤ ਹੀ ਭਿੱਜੇ ਮਨ ਦੇ ਨਾਲ ਮਹਾਂਪੁਰਖਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਟਨਾ ਸਾਹਿਬ ਦੇ ਇਤਿਹਾਸ ਸੰਗਤਾਂ ਦੇ ਨਾਲ ਸਾਂਝੇ ਕੀਤੇ ਹਨ। ਮਹਾਂਪੁਰਖਾਂ ਦਾ ਸ੍ਰੀ ਹਜੂਰ ਬਾਬਾ ਜੀ ਵੱਲੋਂ ਤੇ ਸਮੂਹ ਸੰਗਤਾਂ ਵੱਲੋਂ ਧੰਨਵਾਦ। ਇਸ ਅਸਥਾਨ ਤੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਵਿੱਚੋਂ ਮਹਾਂਪੁਰਖਾਂ ਨੂੰ ਜੀ ਆਇਆਂ ਜੀ। ਮਹਾਂਪੁਰਖ ਕਿਰਪਾ ਕਰਦੇ ਰਹਿਣ। ਜਦੋਂ ਅਸੀਂ ਗੁੜੇ ਬਾਬਾ ਜੀ ਦਾ ਜਨਮ ਦਿਨ ਮਨਾਉਂਦੇ ਆ ਪਿਛਲੇ ਸਾਲ ਵੀ ਮਹਾਂਪੁਰਖਾਂ ਨੇ ਹਾਜ਼ਰੀ ਭਰੀ ਸੀ, ਇਕਤੀ ਵੀ ਹਾਜ਼ਰੀ ਭਰੀ ਹੈ। ਹੁਣ ਵੀ ਬਾਬਾ ਜੀ ਦਾ ਆਸ਼ੀਰਵਾਦ ਲੈਣ ਖਾਤਰ ਸਾਧ ਸੰਗਤ ਮਹਾਂਪੁਰਖ ਸਮੁੱਚੇ ਜਥੇ ਸਮੇਤ ਪਹੁੰਚੇ ਹਨ। ਇੱਕ ਵਾਰੀ ਫੇਰ ਮਹਾਂਪੁਰਖਾਂ ਦਾ ਸ੍ਰੀ ਹਜੂਰ ਬਾਬਾ ਜੀ ਵੱਲੋਂ ਤੇ ਸਮੂਹ ਸੰਗਤ ਵੱਲੋਂ ਧੰਨਵਾਦ। ਸੋ ਹੁਣ ਮਹਾਂਪੁਰਖ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਮਲੇਸ਼ੀਆ ਵਾਲੇ 45 ਮਿੰਟ ਵਾਸਤੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਗੇ। ਸੋ ਸੰਗਤ ਨੂੰ ਬੇਨਤੀ ਹੈ ਕਿ ਜੋ ਸ੍ਰੀ ਹਜੂਰ ਬਾਬਾ ਜੀ ਵੱਲੋਂ ਸਵਾ ਮਹੀਨੇ ਦਾ ਵਿਸ਼ੇਸ਼ ਨਿਤਨੇਮ ਰੱਖੇ ਗਏ ਹਨ, ਅੱਜ 40ਵਾਂ ਦਿਨ ਹੈ, ਕੱਲ੍ਹ ਨੂੰ 41ਵਾਂ ਦਿਨ ਸਮਾਪਤੀ ਹੈ। ਸੋ ਜਿਨ੍ਹਾਂ ਸੰਗਤਾਂ ਨੇ ਭਾਈ ਨਿਤਨੇਮ ਕੀਤਾ ਹੈ ਕਾਰਡ ਵੰਡੇ ਗਏ ਸਨ। ਸੋ ਬੇਨਤੀ ਹੈ ਜਿਹੜੀ ਸੰਗਤ ਕਾਰਡ ਲੈ ਕੇ ਆਈ ਹੈ ਉਹ ਸਟੇਜ ਉੱਪਰ ਜਮ੍ਹਾਂ ਕਰਾਉਣ ਦੀ ਕਿਰਪਾਲਤਾ ਕਰਨ। ਸੋ ਆਓ ਮਹਾਂਪੁਰਖ ਸੰਤ ਬਾਬਾ ਪ੍ਰਿਤਪਾਲ ਸਿੰਘ ਜੀ ਮਲੇਸ਼ੀਆ ਵਾਲੇ 45 ਮਿੰਟ ਵਾਸਤੇ ਆਪ ਜੀ ਨੂੰ ਗੁਰਬਾਣੀ ਦੇ ਨਾਲ ਜੋੜਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਚੱਕਰ ਚਿਖਨ ਅਰ ਵਰਣ ਜਾਤ ਅਰ ਪਾਤ ਨਗਨ ਜਗੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਅਚਲ ਮੂਰਤਿ ਅਨਭਉ ਪ੍ਰਕਾਸ਼ ਅਚਲ ਮੂਰਤਿ ਅਨਭਉ ਪ੍ਰਕਾਸ਼ ਅੰਤੋਜ ਵਿਜੈ ਕੋਟ ਇੰਦਰ ਇੰਦਰਾਣ ਸਾਗੋ ਸਾਖਾਨ ਗਣਿਜੈ ਤੇਰ ਭਵਨ ਮਹੀਪ ਸੁਰ ਨਰਿ ਅਸੁਰ ਨੀਤ ਨੀਤ ਵਣ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਨ
ਕਰਮ ਨਾਮ ਵਰਣਤ ਸੁਮਤ ਦਰਸ਼ਨ ਸਤਿਗੁਰ ਤੇਰਾ ਮੈਂ ਦੇਖ ਦੇਖ ਜੀਵਾਂ ਦਰਸ਼ਨ ਸਤਿਗੁਰ ਤੇਰਾ ਦੇਖ ਦੇਖ ਜੀਵਾਂ ਦਰਸ਼ਨ ਸਤਿਗੁਰ ਤੇਰਾ ਦੇਖ ਦੇਖ ਜੀਵਾਂ ਦਰਸ਼ਨ ਸਤਿਗੁਰ ਤੇਰਾ ਦੇਖ ਦੇਖ ਜੀਵਾਂ 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 ਦਰਸ਼ਨ ਸਤਿਗੁਰ ਤੇਰਾ ਜੀ ਮੈਂ ਦੇਖ ਦੇਖ ਦਰਸ਼ਨ ਸਤਿਗੁਰ ਤੇਰਾ ਜੀ ਮੈਂ ਦੇਖ ਦੇਖ ਜੀਵਾਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਕੇ ਬਿਨੰਤੀ ਸੁਣ ਪ੍ਰਭ ਮੇਰੇ ਦੇਖ ਨਾਮ ਕਰ ਆਪਣੇ ਚੇਰੇ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ ਆਪਾਂ ਨੂੰ ਸਾਰਿਆਂ ਨੂੰ ਵੀ ਬਹੁਤ ਮਹਾਨ ਵੱਡਾ ਸਮਾਗਮ ਪ੍ਰਾਪਤ ਹੋਇਆ ਹੈ। ਸ਼੍ਰੀ ਹਜੂਰ ਮਹਾਰਾਜ ਸੰਤ ਬਾਬਾ ਮੀਹਾ ਸਿੰਘ ਜੀ ਮਹਾਰਾਜ ਜੀਆਂ ਦਾ ਹਰ ਸਾਲ ਦੀ ਤਰ੍ਹਾਂ ਆਪਾਂ ਇਸ ਵਾਰ ਵੀ ਜਨਮ ਦਿਹਾੜਾ ਪਿਆਰੇ ਮਹਾਪੁਰਸ਼ ਪਿਆਰੇ ਬਾਬਾ ਜੀ ਬਾਬਾ ਸਾਧੂ ਸਿੰਘ ਮਹਾਰਾਜ ਜੀਆਂ ਦੀ ਰਹਿਨੁਮਾਈ ਦੇ ਵਿੱਚ ਸਾਰੇ ਪ੍ਰਬੰਧਕ ਸੱਜਣਾ ਤੇ ਸਾਧ ਸੰਗਤ ਦੇ ਮਹਾਨ ਉਪਰਾਲੇ ਸਦਕਾ ਮਨਾ ਰਹੇ ਹਾਂ। ਕਲਗੀਆਂ ਵਾਲੇ ਬਾਜਾਂ ਵਾਲੇ ਤਾਜਾਂ ਵਾਲੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤਿੰਨਾਂ ਦਾ ਅਵਤਾਰ ਦਿਹਾੜਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ। ਬੜੇ ਆਨੰਦ ਵਿੱਚ ਬੜੇ ਵਜਦ ਦੇ ਵਿੱਚ ਆਪਾਂ ਸੁਣ ਰਹੇ ਸਾਂ ਕਿਵੇਂ ਸਤਿਗੁਰਾਂ ਨੇ ਸੰਸਾਰ ਦੇ ਉੱਤੇ ਅਵਤਾਰ ਧਾਰਨਾ ਕੀਤਾ, ਕਿਵੇਂ ਸੰਸਾਰ ਤਿਆਗ ਕਰਕੇ ਉਹਨਾਂ ਨੇ ਡੁੱਬਦੀ ਜਾਂਦੀ ਦੁਨੀਆ ਦੀ ਬਾਹ ਪਕੜੀ, ਕਿਵੇਂ ਜੀਵਾਂ ਦਾ ਭਲਾ ਕੀਤਾ ਉਧਾਰ ਕੀਤਾ, ਪਾਪੀ ਪੁਰਸ਼ਾਂ ਦੀਆਂ ਪਾਪ ਵਾਲੀਆਂ ਬਿਰਤੀਆਂ ਨੂੰ ਖਤਮ ਕਰਕੇ ਭਗਤੀ ਭਾਵਨਾ ਦੇ ਵਿੱਚ ਪ੍ਰਵਿਰਤ ਕੀਤਾ। ਸਾਧ ਸੰਗਤ ਜੀ ਬਚਪਨ ਦਾ ਇਤਿਹਾਸ ਪਟਨੇ ਦੀਆਂ ਉਹਨਾਂ ਗਲੀਆਂ ਦੇ ਵਿੱਚ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਜ਼ਰਰਾ ਜ਼ਰਰਾ ਪਵਿੱਤਰ ਕੀਤਾ ਆਪ ਜੀ ਨੇ ਸਭ ਬੜੇ ਧਿਆਨ ਨਾਲ ਸੁਣਿਆ। ਇੱਥੇ ਹੀ ਬਸ ਨਹੀਂ ਸਾਧ ਸੰਗਤ, ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਅਸ਼ਾਮ ਵੱਲ ਦਾ ਪ੍ਰਚਾਰ ਸਮਾਪਤ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਵਾਲੀ ਥਾਂ ਤੇ ਪਹੁੰਚ ਗਏ। ਇੱਥੇ ਤੱਕ ਹਜੇ ਤੱਕ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਪਣੇ ਸਾਹਿਬਜ਼ਾਦੇ ਨੂੰ ਦੇਖਿਆ ਨਹੀਂ, ਦੀਦਾਰ ਨਹੀਂ ਸੀ ਕੀਤਾ।
ਮਾਤਾ ਜੀ, ਮਾਤਾ ਗੁਜਰੀ ਜੀ ਨੂੰ ਹੁਕਮ ਸੀ, ਮਾਮਾ ਕਿਰਪਾਲ ਚੰਦ ਜੀ ਨੂੰ ਹੁਕਮ ਸੀ, ਤੁਸੀਂ ਬਾਲਕ ਨੂੰ ਲੈ ਕੇ ਮਾਖੋਵਾਲ ਦੀ ਧਰਤੀ ਤੇ ਪਹੁੰਚੋ। ਸਾਧ ਸੰਗਤ ਜੀ, ਵਿਦਵਾਨ ਉਸ ਨੂੰ ਮੰਨਿਆ ਜਾਂਦਾ ਹੈ ਜੋ ਚੱਲ ਰਹੇ ਪ੍ਰਕਰਣ ਨੂੰ ਉਸ ਤੋਂ ਅੱਗੇ ਲੈ ਤੁਰੇ। ਕਈ ਤਰ੍ਹਾਂ ਦੇ ਵਿਦਵਾਨ ਹੁੰਦੇ ਹਨ ਜੋ ਪਹਿਲੇ ਸੱਜਣ ਗੁਰਮੁਖ ਪਿਆਰੇ ਪ੍ਰਵਚਨ ਬੋਲ ਕੇ ਜਾਂਦੇ ਐ, ਦੂਸਰੇ ਬੋਲਣ ਵਾਲੇ ਉਹਨਾਂ ਸਾਰੇ ਵਚਨਾਂ ਨੂੰ ਕਾਟ ਕਰਦੇ ਹਨ, ਕੱਟ ਦਿੰਦੇ ਹਨ ਉਹਨਾਂ ਸਾਰੇ ਵਚਨਾਂ ਨੂੰ। ਆ ਵੀ ਗਲਤ ਹੈ, ਆ ਵੀ ਝੂਠ ਹੈ, ਇਹ ਨਹੀਂ ਮੰਨਦੇ, ਇਹ ਨਾ ਮੰਨੋ। ਪਰ ਜਿਵੇਂ ਦਾ ਪ੍ਰਕਰਣ ਉਹਨਾਂ ਨੇ ਸ਼ੁਰੂ ਕੀਤਾ ਹੈ, ਸਾਧ ਸੰਗਤ ਉਸ ਤੋਂ ਅੱਗੇ ਦਾ ਇਤਿਹਾਸ ਕੀ ਕਹਿੰਦਾ ਹੈ, ਇਸ ਤਰ੍ਹਾਂ ਲੱਗੇਗਾ ਜਿਵੇਂ ਤੁਸੀਂ ਗ੍ਰੰਥ ਪੜ੍ਹ ਰਹੇ ਹੋ। ਇਸ ਤੋਂ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਮਾਖੋਵਾਲ ਦੀ ਧਰਤੀ ਤੇ ਆ ਜਾਂਦੇ ਹਨ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਮਾਖੋ ਨਾਮ ਦਾ ਦੈਂਤ ਸੀ, ਜਿਸ ਦਾ ਭਲਾ ਕੀਤਾ, ਉਧਾਰ ਕੀਤਾ। ਉਹਦੇ ਨਾਮ ਦੀ ਇਸ ਜਗ੍ਹਾ ਦਾ ਨਾਮ ਮਾਖੋਵਾਲ ਪੈ ਗਿਆ। ਫਿਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਆਪ ਦੀ ਮਾਤਾ ਨਾਨਕੀ ਜੀ ਦੇ ਨਾਮ ਤੇ ਵੀ ਇਹਦਾ ਅਸਥਾਨ ਦਾ ਨਾਮ ਰੱਖਿਆ। ਚੱਕ ਨਾਨਕੀ ਵੀ ਕਾਫੀ ਦੇਰ ਇਸ ਸਥਾਨ ਦਾ ਨਾਮ ਰਹੇਗਾ। ਔਰ ਹੁਣ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਥੇ ਚਰਨ ਪਾਉਣਗੇ ਤਾਂ ਸਾਧ ਸੰਗਤ ਇਹਦਾ ਨਾਮ ਅਨੰਦਪੁਰ ਸਾਹਿਬ ਹੋ ਜਾਏਗਾ। ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਾਖੋਵਾਲ ਦੀ ਧਰਤੀ ਤੇ ਆ ਜਾਂਦੇ ਹਨ ਔਰ ਹੁਕਮ ਭੇਜ ਦਿੰਦੇ ਹਨ ਕਿ ਸਾਡੇ ਬਾਲਕ ਗੋਬਿੰਦ ਰਾਏ ਨੂੰ ਲੈ ਕੇ ਇਸ ਧਰਤੀ ਤੇ ਪਹੁੰਚ ਜਾਓ। ਉਧਰ ਬੜੀਆਂ ਸੰਗਤਾਂ ਬੇਨਤੀਆਂ ਕਰਦੀਆਂ ਹਨ, ਪੰਡਤ ਸ਼ਿਵਦੱਤ ਵੀ ਬੇਨਤੀਆਂ ਕਰਦੇ, ਮਹਾਰਾਜ ਤੇਰੇ ਦਰਸ਼ਨਾਂ ਤੋਂ ਬਿਨਾ ਮੈਂ ਤਾਂ ਮਰ ਜਾਵਾਂਗਾ, ਮੈਂ ਮ੍ਰਿਤਿੂ ਨੂੰ ਪ੍ਰਾਪਤ ਹੋ ਜਾਵਾਂਗਾ, ਕਿਰਪਾ ਕਰੋ, ਮੇਰੀ ਬੇਨਤੀ ਸਵੀਕਾਰ ਕਰੋ, ਜਾਂ ਤਾਂ ਨਾਲੇ ਲੈ ਚੱਲੋ ਮਹਾਰਾਜ, ਜਾਂ ਫਿਰ ਮੇਰੀ ਮੁਕਤੀ ਕਰ ਜਾਓ, ਮੈਂ ਤੁਹਾਡੇ ਨਾਲ ਹੀ ਜਾਵਾਂਗਾ, ਮੈਂ ਇੱਥੇ ਨਹੀਂ ਰਹਿ ਸਕਦਾ ਤੁਹਾਡੇ ਤੋਂ ਬਿਨਾ। ਸਾਧ ਸੰਗਤ, ਰਾਣੀ ਮੈਣੀ ਵੀ ਬੇਨਤੀਆਂ ਕਰਦੀ ਹੈ, ਫਤਿਹ ਚੰਦ ਵੀ ਬੇਨਤੀਆਂ ਕਰਦਾ ਹੈ। ਸਾਰੀਆਂ ਸੰਗਤਾਂ ਕੀ ਕਹਿੰਦੀਆਂ ਨੇ, ਸਾਡਾ ਚਿੱਤ ਨਹੀਂ ਲੱਗਣਾ ਕੱਲਿਆਂ ਦਾ, ਚਿੱਤ ਨਹੀਂ ਲੱਗਣਾ ਕੱਲਿਆਂ ਦਾ। ਨਾਲੇ ਲੈ ਕੇ ਜਾਇਓ, ਸਾਡਾ ਚਿੱਤ ਨਹੀਂ ਲੱਗਣਾ ਕੱਲਿਆਂ ਦਾ, ਚਿੱਤ ਨਹੀਂ ਲੱਗਣਾ ਕੱਲਿਆਂ ਦਾ। ਸਾਡਾ ਚਿੱਤ ਨਹੀਂ ਲੱਗਣਾ ਕੱਲਿਆਂ ਦਾ, ਚਿੱਤ ਨਹੀਂ ਲੱਗਣਾ ਕੱਲਿਆਂ ਦਾ। ਇਸ ਤਰ੍ਹਾਂ ਬੇਨਤੀਆਂ ਕਰਦੀਆਂ ਨੇ ਸਾਰੀਆਂ ਸੰਗਤਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਸੰਗਤੇ ਜਾਣਾ ਤਾਂ ਸਾਨੂੰ ਪਏਗਾ, ਕਿਉਂਕਿ ਸਾਡੇ ਗੁਰੂਦੇਵ ਪਿਤਾ ਦਾ ਹੁਕਮ ਆ ਗਿਆ, ਉਹਨਾਂ ਦਾ ਬਚਨ ਆ ਗਿਆ, ਉਹਨਾਂ ਦੀ ਆਗਿਆ ਆ ਗਈ, ਅਸੀਂ ਬਦਲ ਨਹੀਂ ਸਕਦੇ। ਪਰ ਜਦੋਂ ਤੁਸੀਂ ਇਸ ਥਾਂ ਤੇ ਛੋਲਿਆਂ ਦਾ ਪ੍ਰਸ਼ਾਦ ਬਣਾ ਕਰਕੇ ਸਾਰੀਆਂ ਸੰਗਤਾਂ ਇਕੱਤਰਤ ਹੋ ਕਰਕੇ ਨਾਮ ਸਿਮਰਨ ਕਰਕੇ ਅਰਦਾਸ ਬੇਨਤੀ ਕਰਿਆ ਕਰੋਗੇ ਤਾਂ ਤੁਹਾਨੂੰ ਸਾਰਿਆਂ ਨੂੰ ਸਾਡਾ ਦੀਦਾਰ ਹੋਇਆ ਕਰੇਗਾ, ਤੁਸੀਂ ਸਾਡੇ ਦਰਸ਼ਨ ਕਰਿਆ ਕਰੋਗੇ। ਇਸ ਤਰ੍ਹਾਂ ਦਾ ਬਚਨ ਕਰਕੇ ਸਤਿਗੁਰੂ ਜੀ ਚੱਲ ਪਏ। ਅੱਗੇ ਸਾਧ ਸੰਗਤ ਜੀ ਹੁਣ ਆਨੰਦਪੁਰ ਸਾਹਿਬ ਦੇ ਵਿੱਚ ਪਹੁੰਚ ਗਏ। ਜਿਸ ਅਸਥਾਨ ਦਾ ਨਾਮ ਚੱਕ ਨਾਨਕੀ ਹੈ, ਉਸ ਅਸਥਾਨ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਾਲ ਗੋਬਿੰਦ ਰਾਏ ਨੂੰ ਮਿਲੇ, ਆਨੰਦਿਤ ਹੋ ਗਏ। ਸਮਾਂ ਗੁਜ਼ਰਦਾ ਗਿਆ, ਕਸ਼ਮੀਰੀ ਪੰਡਤਾਂ ਨੇ ਆ ਕੇ ਬੇਨਤੀਆਂ ਕਰ ਦਿੱਤੀਆਂ। ਸਤਿਗੁਰੂ ਸੱਚੇ ਪਾਤਸ਼ਾਹ ਪਿਛਲੇ ਦਿਨਾਂ ਦੇ ਵਿੱਚ ਆਪਾਂ ਨੇ ਮਨਾਇਆ ਸੀ ਨਾ,
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਸਮਾਗਮ ਸਤਿਗੁਰਾਂ ਨੇ ਦਿੱਲੀ ਜਾ ਕਰਕੇ ਆਪਣੇ ਸਰੀਰ ਦਾ ਠਿਕਰਾ ਸਮੇਂ ਦੀ ਸਰਕਾਰ ਔਰੰਗਜ਼ੇਬ ਦੇ ਸਿਰ ਤੇ ਭੰਨ ਦਿੱਤਾ। ਇਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਖਾਲਸਾ ਸਾਜਦੇ ਹਨ। ਬੇਅੰਤ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਹਨ ਔਰ ਸਾਧ ਸੰਗਤ ਜੀ ਜਦੋਂ ਨਦੀ ਪਾਰ ਕਰਦੀਆਂ ਹਨ, ਨਦੀ ਪਾਰ ਕਰਦੀਆਂ ਸਤਿਗੁਰਾਂ ਦੀ ਮਹਿਮਾ ਕਰਦੀਆਂ ਆਉਂਦੀਆਂ ਨੇ। ਜਿਵੇਂ ਤੁਸੀਂ ਪਹਿਲਾਂ ਸੁਣ ਰਹੇ ਸੀ ਨਾ, ਜਿਹੜੀਆਂ ਸੰਗਤਾਂ ਨਵੀਆਂ ਆਉਂਦੀਆਂ ਨੇ ਇੱਕ ਦੂਜੀ ਨੂੰ ਉਹ ਸੰਗਤਾਂ ਦੱਸਦੀਆਂ ਨੇ ਕਿ ਉਹ ਕਲਗੀ ਲਗਾਉਂਦੇ ਹਨ, ਨੀਲਾ ਘੋੜਾ ਉਹਨਾਂ ਦੇ ਪਾਸ ਹੈ, ਬੜੇ ਬੜੇ ਤਖਤ ਸਜਾਉਂਦੇ ਹਨ, ਬੜੇ ਬੜੀਆਂ ਫੌਜਾਂ ਰੱਖਦੇ ਹਨ। ਕੀ ਕਹਿੰਦੇ ਹਨ ਸਾਧ ਸੰਗਤ ਜੀ? ਚਲੋ ਸਿੰਘੋ ਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ। ਚਲੋ ਸਿੰਘੋ ਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ। ਜਨਮ ਗੁਰਾਂ ਦਾ ਪਟਨੇ ਸਾਹਿਬ ਦਾ ਆਨੰਦਪੁਰ ਡੇਰੇ ਲਾਏ ਨੇ। ਚਲੋ ਸਿੰਘੋ ਰਲ ਦਰਸ਼ਨ ਕਰੀਏ, ਗੁਰੂ ਗੋਬਿੰਦ ਸਿੰਘ ਆਏ ਨੇ। ਇਸ ਤਰ੍ਹਾਂ ਸੰਗਤਾਂ ਸਤਿਗੁਰਾਂ ਦੀ ਮਹਿਮਾ ਕਰਦੀਆਂ ਸਤਿਗੁਰਾਂ ਦੇ ਦਰਬਾਰ ਤੱਕ ਪਹੁੰਚਦੀਆਂ ਹਨ। ਹੁਣ ਜਿਸ ਕਿਸ਼ਤੀ ਦੇ ਵਿੱਚ ਦੀ ਇਸ ਪਾਸੇ ਆਉਂਦੀਆਂ ਹਨ, ਕਈ ਤਾਂ ਉੱਥੇ ਮਲਾਹ ਬਹੁਤ ਸਾਰਾ ਪੈਸਾ ਲੈਂਦੇ ਹਨ, ਬਹੁਤ ਜ਼ਿਆਦਾ ਮਹਿੰਗੇ ਚੱਲਦੇ ਹਨ। ਪਰ ਇੱਕ ਉਹਨਾਂ ਦੇ ਵਿੱਚ ਹੈ ਸੈਦਾ ਮਲਾਹ, ਜਿਹਦਾ ਜ਼ਿਕਰ ਪਹਿਲੇ ਦੀਵਾਨ ਵਿੱਚੋਂ ਕਰਕੇ ਗਏ ਹਨ ਸੰਤ ਬਾਬਾ ਸੰਤੋਖ ਸਿੰਘ ਜੀ। ਉਹੀ ਪ੍ਰਸੰਗ ਨੂੰ ਅਸੀਂ ਅੱਗੇ ਤੋੜਨ ਦਾ ਯਤਨ ਕਰਦੇ ਹਾਂ। ਚਾਹੇ ਅਸੀਂ ਸੋਚ ਰਹੇ ਸਾਂ ਕਿ ਸਤਿਗੁਰਾਂ ਦਾ ਪਿਛਲੇ ਜਨਮ ਦਾ ਇਤਿਹਾਸ ਅਬ ਮੈਂ ਆਪਣੀ ਕਥਾ ਬਖਾਨੂ, ਤਪ ਸਾਧਤ ਜੈ ਵਿਦ ਮੋਹਿ ਆਨੂ, ਗੇਮ ਕੁੰਟ ਪਰਬਤ ਹੈ ਜਹਾਂ, ਸਪਤ ਸਿੰਘ ਸੋਭਤ ਹੈ ਤਾਹਾ, ਸਪਤ ਸਿੰਘ ਤੇ ਨਾਮ ਕਹਾਵਾ, ਪੰਡ ਰਾਜ ਜੈ ਜੋਗ ਕਮਾਵਾ। ਤੈ ਹਮ ਅਡਕ ਤਪਸਿਆ ਸਾਧੀ, ਮਹਾਕਾਲ ਕਾਲ ਕਾ ਰਾਜੀ, ਇਹ ਤਿਦ ਕਰਤ ਤਪਸਿਆ ਭਇਓ ਦੁਆਇ ਤੇ ਏਕ ਰੂਪ ਹੋਏ ਗਏ। ਚਾਹੇ ਉਹਦੇ ਵੱਲ ਚੱਲਣ ਦਾ ਸਾਡਾ ਮਨ ਸੀ, ਪਰ ਜੋ ਪ੍ਰਸੰਗ ਚੱਲ ਰਿਹਾ ਹੋਵੇ ਭਾਈ ਜਗਤਾ ਜੀ ਦਾ, ਸੈਦੇ ਮਲਾਹ ਦਾ, ਭਾਈ ਜੋਗੇ ਵਰਗੇ ਜਿਹੜੇ ਇੱਕ ਵਾਰ ਡੋਲ ਗਏ ਪਰ ਵਾਪਸ ਫਿਰ ਗੁਰੂ ਚਰਨਾਂ ਵਿੱਚ ਆ ਗਏ। ਅਸੀਂ ਨਿਤ ਡੋਲਦੇ ਹਾਂ, ਅਸੀਂ ਨਿਤ ਧੋਖੇ ਖਾਂਦੇ ਹਾਂ। ਦਿਖਾਵੇ ਵਾਸਤੇ ਅਸੀਂ ਕਹਿੰਦੇ ਆ ਗੁਰੂ ਦੇ ਸਿੱਖਾਂ, ਪਰ ਅੰਦਰੋਂ ਚਿੱਤ ਸਾਡਾ ਕਿਸੇ ਹੋਰ ਦੇ ਪ੍ਰੇਮੀ ਬਣਿਆ ਫਿਰਦਾ ਹੈ। ਇੱਕ ਉੱਤੋਂ ਤੋਂ ਦਿਖਾਵੇ ਵਾਲਾ ਸਿੱਖ ਕੋਈ ਵਸਤੂ ਲੈ ਕੇ ਆਇਆ ਸੱਚੇ ਪਾਤਸ਼ਾਹ ਵਾਸਤੇ, ਘਰ ਵਾਲੀ ਨੂੰ ਪਤਾ ਸੀ ਦਿਖਾਵਾ ਬਹੁਤਾ ਕਰਦਾ, ਸੱਚੇ ਪਾਤਸ਼ਾਹ ਨਾਲ ਪਿਆਰ ਨਹੀਂ ਕਰਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ। ਘਰ ਵਾਲੀ ਕਹਿੰਦੀ ਇੰਨੀ ਮਹਿੰਗੀ ਵਸਤੂ ਲੈ ਕੇ ਆਇਆ ਕਿਹਦੇ ਵਾਸਤੇ? ਸਿੰਘਾਂ ਦੇ ਚੋਲੇ ਸਮਾਉਣ ਵਾਸਤੇ।
ਦੋ ਥਾਨ ਲੈ ਕੇ ਆਇਆ ਸੀ ਕੱਪੜੇ ਦੇ। ਘਰਦਿਆਂ ਵਾਸਤੇ ਤੂੰ ਲੈ ਕੇ ਨਹੀਂ ਕੁਝ ਆਉਂਦਾ, ਸੱਚੇ ਪਾਤਸ਼ਾਹ ਦੇ ਸਿੰਘਾਂ ਵਾਸਤੇ ਦੋ ਥਾਨ ਕੱਪੜੇ ਦੇ ਲੈ ਆਇਆ। ਇੱਥੇ ਰੱਖ ਜਾ ਮੇਰੇ ਕੋਲੇ, ਮੈਨੇ ਤੈਨੂੰ ਸੱਚੇ ਪਾਤਸ਼ਾਹ ਤੱਕ ਦੋ ਥਾਨ ਲੈ ਕੇ ਜਾਣ ਦੇਣੇ ਕੱਪੜੇ ਦੇ। ਜੇ ਤੂੰ ਲੈ ਕੇ ਗਿਆ ਮੈਂ ਲੜਾਈ ਬੜੀ ਕਰਾਂਗੀ ਤੇਰੇ ਨਾਲ। ਉਹ ਡਰ ਗਿਆ ਵੀ ਜੇ ਮੈਂ ਥਾਨ ਲੈ ਗਿਆ ਤਾਂ ਘਰ ਵਾਲੀ ਲੜੇਗੀ ਮੇਰੇ ਨਾਲ। ਘਰ ਦੀ ਪ੍ਰੀਤ ਜਾਣੀ ਸਾਨੂੰ ਸੱਚੀ ਲੱਗਦੀ ਹੈ, ਸਾਧ ਸੰਗਤ ਗੁਰੂ ਦੀ ਪ੍ਰੀਤ ਸਾਨੂੰ ਕੱਚੀ ਲੱਗਦੀ ਹੈ। ਉਹ ਥਾਨ ਘਰੇ ਹੀ ਛੱਡ ਗਿਆ, ਘਰ ਵਾਲੀ ਦੀ ਲੜਾਈ ਤੋਂ ਡਰਦਾ ਸੱਚੇ ਪਾਤਸ਼ਾਹ ਕੋਲ ਜਾ ਕੇ ਬਹਿ ਗਿਆ। ਸੰਗਤਾਂ ਨਾਲ ਵਚਨ ਕਰਕੇ ਮਹਾਰਾਜ ਕਹਿੰਦੇ, ਉਹ ਸਿੰਘਾ ਤੇਰੀ ਡਿਊਟੀ ਲਗਾਈ ਸੀ ਥਾਨ ਲੈ ਕੇ ਆਉਣ ਵਾਸਤੇ, ਸਿੰਘਾਂ ਨੂੰ ਚੋਲੇ ਸਵਾ ਕੇ ਦੇਣੇ ਐ। ਕਹਿੰਦਾ ਮਹਾਰਾਜ ਮਿਲਿਆ ਨਹੀਂ ਥਾਨ। ਘਰ ਵਾਲੀ ਨੇ ਲਿਜਾ ਕੇ ਅੱਗੇ ਸੁੱਟ ਦਿੱਤਾ ਥਾਨ ਸੱਚੇ ਪਾਤਸ਼ਾਹ ਦੇ। ਕਹਿੰਦੀ ਮਹਾਰਾਜ ਇਹ ਸਿੱਖ ਤੁਹਾਡਾ ਨਹੀਂ ਹੈ, ਇਹ ਤਾਂ ਮੇਰਾ ਹੀ ਸਿੱਖ ਹੈ, ਮੇਰਾ ਸਿੱਖ ਹੈ। ਉੱਤੋਂ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ। ਘਰ ਦੀ ਲੜਾਈ ਤੋਂ ਡਰਦਾ ਮੇਰੇ ਨਾਲ ਨਹੀਂ ਗੁਰਮਤਾ ਕੀਤਾ, ਤੁਹਾਡੇ ਕੋਲ ਆ ਕੇ ਝੂਠ ਬੋਲਣ ਲੱਗ ਗਿਆ, ਚਲਾਕੀਆਂ ਕਰਦਾ। ਇਹ ਥਾਨ ਲੈ ਕੇ ਆਇਆ ਸੀ, ਆ ਲਓ ਥਾਨ। ਥਾਨ ਇਹਨੂੰ ਮਿਲ ਗਿਆ ਸੀ, ਲੈ ਕੇ ਆਇਆ। ਅਸੀਂ ਵਸਤੂਆਂ ਦੇ ਸਿੱਖ ਹਾਂ। ਬਹੁਤੀ ਵਾਰ ਅਸੀਂ ਗੁਰੂਆਂ ਪੀਰਾਂ ਸਾਧੂ ਸੰਤਾਂ ਮਹਾਪੁਰਸ਼ਾਂ ਕੋਲ ਇਸ ਕਰਕੇ ਜਾਂਦੇ ਹਾਂ ਕਿ ਸਾਡੇ ਕਾਰਜ ਹੋ ਜਾਣ, ਆਈਲੈਟਸ ਦੇ ਵਿੱਚੋਂ ਬੈਂਡ ਆ ਜਾਣ, ਬੱਚੇ ਪੜ੍ਹਾਈ ਜ਼ਿਆਦਾ ਕਰ ਲੈਣ, ਸਾਨੂੰ ਕੈਨੇਡਾ ਅਮਰੀਕਾ ਦੀ PR ਮਿਲ ਜਾਏ, ਜਲਦੀ ਜਲਦੀ ਵੀਜ਼ਾ ਲੱਗ ਜਾਏ। ਸਾਧ ਸੰਗਤ ਜੀ, ਗੁਰੂ ਜੀ ਕਹਿੰਦੇ ਨੇ ਨਾਮ ਜਪੋ। ਤੁਹਾਡੇ ਵਿੱਚ ਕਿੰਨੇ ਕੁ ਪ੍ਰੇਮੀ ਹੋਣਗੇ ਜਿਨ੍ਹਾਂ ਨੇ 40 ਦਿਨ ਦਾ ਜਾਪ ਕਾਮਨਾ ਰਹਿਤ ਹੋ ਕੇ ਕੀਤਾ ਹੋਵੇਗਾ, ਇੱਛਾ ਰਹਿਤ ਹੋ ਕੇ ਕੀਤਾ ਹੋਵੇਗਾ? ਕਿਤਨੇ ਕੁ ਪ੍ਰੇਮੀ ਹੋਣਗੇ? ਤੁਸੀਂ ਤਾਂ ਜੁੜੇ ਹੋ, ਭਗਵਾਨ ਦੇ ਨਾਲ ਜੁੜੇ ਹੋ। ਭਗਵਾਨ ਦਾ ਖਾਸ ਰੂਪ ਸ਼੍ਰੀ ਹਜੂਰ ਮਹਾਰਾਜ ਦੇ ਚਰਨਾਂ ਨਾਲ ਜੁੜੇ ਹੋ ਸਕਦਾ ਤੁਹਾਡੇ ਵਿੱਚ 70-80% ਐਸੇ ਲੋਕ ਹੋਣ ਜਿਹੜੇ ਕਾਮਨਾ ਰਹਿਤ ਹੋ ਕੇ ਨਾਮ ਜਪਦੇ ਹਨ। ਪਰ ਬਹੁਤਿਆਂ ਦੀ ਗੱਲ ਪਤਾ ਕੀ ਹੈ? ਇੱਥੇ ਗੁਣਾਂ ਦਾ ਗਾਹਕ ਨਾ ਕੋਈ, ਔਗਣਾਂ ਦੀ ਵੇਖੀ ਦੁਨੀਆ। ਇੱਥੇ ਗੁਣਾਂ ਦਾ ਗਾਹਕ ਨਾ ਕੋਈ, ਔਗਣਾਂ ਦੀ ਵੇਖੀ ਦੁਨੀਆ। कोई गुण की सांझ करने वाला नहीं मिलेगा। सो कहन लगी कि ये तो है मेरा सिख आलो थान, मैं थोड़ा जिहा इन्हूं घूरिया, इन्हें तुहाडे अगे नहीं रखिया, ये थान मेरे अगे रख के आ गया। सो कहन तो भाव के बहुती दुनिया लालच की मारी, इच्छावां की मारी हुई होया करदी है। हुण उत्थे जो मलाहन साध संगत बड़े लोग आउंदे हन, उन्हां नूं पार लंघाउंदे हन।
ਇੱਕ ਮਲਾਹ ਜਿਸ ਦਾ ਨਾਮ ਸੈਦਾ ਮਲਾਹ ਹੈ, ਅੰਤਾਂ ਦਾ ਗਰੀਬ ਹੈ। ਘਰ ਦੇ ਵਿੱਚ ਕਈ ਵਾਰੀ ਛਕਣ ਛਕਾਉਣ ਵਾਸਤੇ ਵਸਤੂਆਂ ਦੀ ਪ੍ਰਾਪਤੀ ਵੀ ਨਹੀਂ ਹੁੰਦੀ। ਇਹਦਾ ਬੇੜਾ ਜੋ ਹੈ ਸਾਧ ਸੰਗਤ ਹੈ ਤਾਂ ਬਹੁਤ ਵੱਡਾ, ਪਰ ਬੜਾ ਪੁਰਾਣਾ ਹੈ। ਬਹੁਤੇ ਲੋਕ ਇਸ ਕਰਕੇ ਨਹੀਂ ਬਹਿੰਦੇ ਕਿ ਕਿਤੇ ਰਾਹ 'ਚ ਹੀ ਨਾ ਰਹਿ ਜਾਈਏ, ਕਿਤੇ ਇਹ ਬੇੜਾ ਡੁੱਬ ਹੀ ਨਾ ਜਾਏ। ਦੂਸਰਿਆਂ ਦੇ ਬੇੜੇ ਬੜੇ ਸ਼ਿੰਗਾਰੇ ਹੁੰਦੇ ਹਨ, ਸਾਫ਼ ਸੁਥਰੇ ਕਰਕੇ ਰੱਖਦੇ ਹਨ। ਜਿਹੜਾ ਕੋਈ ਪ੍ਰੇਮੀ ਇਹਦੇ ਬੇੜੇ ਵਿੱਚ ਬਹਿ ਜਾਂਦਾ ਹੈ, ਉਹਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਗੱਲਾਂ ਕਰਦਾ ਹੈ। ਤੁਸੀਂ ਕਿੱਥੇ ਚੱਲੇ ਹੋ? ਅਸੀਂ ਚੱਲੇ ਆ ਕਲਗੀਆਂ ਵਾਲੇ ਦੇ ਪਾਸ। ਫਿਰ ਮਹਿਮਾ ਕਰਦੇ ਹਨ, ਉਹਨਾਂ ਨੂੰ ਛੱਡਿਆ ਹੁੰਦਾ ਫਿਰ ਹੋਰ ਸੰਗਤ। ਅਸੀਂ ਚੱਲੇ ਗਵਾਜਾਂ ਵਾਲੇ ਦੇ ਪਾਸ। ਕਹਿੰਦਾ ਪਹਿਲਾਂ ਸੰਗਤ ਕਲਗੀਆਂ ਵਾਲੇ ਕੋਲ ਚੱਲੀ ਸੀ, ਹੁਣ ਸੰਗਤ ਬਾਜਾਂ ਵਾਲੇ ਕੋਲ ਚੱਲੀ ਹੈ। ਉਹ ਸੰਗਤ ਕਹਿੰਦੀ ਭੋਲਿਆ ਸਿੱਖਾ, ਉਹ ਭੋਲਿਆ ਪ੍ਰੇਮੀਆਂ, ਕਲਗੀਆਂ ਵਾਲੇ ਵੀ ਉਹੀ ਗਨ, ਬਾਜਾਂ ਵਾਲੇ ਵੀ ਉਹੀ ਗਨ, ਤਾਜਾਂ ਵਾਲੇ ਵੀ ਉਹੀ ਗਨ। ਉਹ ਆਪ ਹੀ ਗਨ, ਇੱਕੋ ਹੀ ਗਨ ਸੱਚੇ ਪਾਤਸ਼ਾਹ। ਸੰਗਤਾਂ ਪ੍ਰੇਮ ਦੇ ਨਾਲ ਉਹਨਾਂ ਦੇ ਬੇਅੰਤ ਨਾਮ ਲੈਂਦੀਆਂ ਹਨ। ਸਾਧ ਸੰਗਤ ਮਨ ਵਿੱਚ ਚਾਅ ਬੜਾ ਹੁੰਦਾ ਹੈ, ਪਰ ਜੇ ਬੇੜਾ ਉਧਰ ਲੈ ਗਿਆ, ਉਹਨਾਂ ਦੇ ਦਰਸ਼ਨ ਕਰਨ ਵਾਸਤੇ ਗਿਆ, ਕੋਈ ਰਾਗੀ ਉਧਰੋਂ ਇੱਧਰ ਆਉਣ ਵਾਲਾ ਮੈਨੂੰ ਨਾ ਮਿਲਿਆ, ਜਿਹੜਾ ਘਰ ਦਾ ਮਾੜਾ ਮੋਟਾ ਗੁਜ਼ਾਰਾ ਚੱਲਦਾ ਉਹ ਵੀ ਨਹੀਂ ਚੱਲਣਾ। ਮੈਂ ਤਾਂ ਅੰਤਾਂ ਦਾ ਗਰੀਬ ਹਾਂ, ਫਿਰ ਸਾਡੇ ਘਰ ਦਾ ਗੁਜ਼ਰਾਨ ਕਿੱਦਾਂ ਹੋਏਗਾ? ਕਿਸੇ ਕਿਸੇ ਸੰਗਤ ਨੂੰ ਕਹਿੰਦਾ ਮੈਂ ਕਦੋਂ ਜਾ ਸਕਦਾ ਮਿਲਣ, ਕਿ ਮੈਨੂੰ ਦਰਸ਼ਨ ਦੀਦਾਰ ਹੋ ਸਕਦੇ ਆ? ਸਾਧ ਸੰਗਤ ਅੰਤਾਂ ਦੇ ਪ੍ਰੇਮ ਵਾਲੇ ਕਹਿੰਦੇ ਤੈਨੂੰ ਜਾਣ ਦੀ ਲੋੜ ਨਹੀਂ। ਉਹ ਇੰਨੇ ਪ੍ਰੇਮ ਵਾਲੇ ਹਨ ਸਤਿਗੁਰੂ ਸੱਚੇ ਪਾਤਸ਼ਾਹ, ਜੇ ਕਿਤੇ ਤੂੰ ਇੱਥੇ ਬੈਠਾ ਹੀ ਯਾਦ ਕਰੀ ਜਾਏ। ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ 9ਵੇਂ ਪਾਤਸ਼ਾਹ ਤੱਕ ਦਾ ਇਤਿਹਾਸ ਦੱਸਦੀਆਂ ਹਨ ਸੰਗਤਾਂ। ਫਲਾਣੇ ਗਰੀਬ ਦੇ ਘਰੇ ਗਏ, ਸੱਚੇ ਪਾਤਸ਼ਾਹ ਨੇ ਜਾ ਕੇ ਭਾਗ ਭਰੀ ਦੇ ਘਰੋਂ, ਐਨੀ ਬੁੱਢੀ ਮਾਤਾ ਦੇ ਘਰੋਂ ਖੱਦਰ ਦਾ ਬਣਿਆ ਹੋਇਆ ਚੋਲਾ, ਜੋ ਆਪ ਸੂਤ ਕੱਤ ਕੇ ਤਿਆਰ ਕਰਕੇ ਚੋਲਾ ਬਣਾਇਆ ਸੀ, ਆਪ ਜਾ ਕੇ ਮੰਗਿਆ ਕਸ਼ਮੀਰ ਦੀ ਮਾਈ ਤੋਂ। ਇਸ ਕਰਕੇ ਉਹ ਤਾਂ ਜਾਣ ਹੀ ਜਾਣ ਨੇ, ਤੂੰ ਇੱਥੇ ਬੈਠੇ ਹੀ ਅਰਦਾਸ ਕਰੀ ਜਾਇਆ ਕਰ। ਹੁਣ ਪੁੱਛਦਾ ਸੰਗਤਾਂ ਕੀ ਅਰਦਾਸ ਕਰਦੀਆਂ ਹੁੰਦੀਆਂ ਸਨ? ਹੁਣ ਦੱਸਦੇ ਹਨ। ਸੰਗਤਾਂ ਅਰਦਾਸ ਕਰਦੀਆਂ ਸਨ, ਸਾਡੀ ਕੱਖਾਂ ਦੀ ਕੁੱਲੀ ਨੂੰ ਭਾਗ ਲਾਵੇ, ਰਾਜਿਆਂ ਦੇ ਜਾਣ ਵਾਲਿਆ, ਕੱਖਾਂ ਦੀ ਕੁੱਲੀ ਨੂੰ ਭਾਗ ਲਾਵੇ, ਰਾਜਿਆਂ ਦੇ ਜਾਣ ਵਾਲਿਆ। ਸੱਚੇ ਪਾਤਸ਼ਾਹ ਤੈਨੂੰ ਆਪ ਦੀਦਾਰ ਦੇਣ ਵਾਸਤੇ ਆਉਣਗੇ। ਹੁਣ ਰੋਜ਼ ਮਨ ਵਿੱਚ ਬੇਨਤੀਆਂ ਕਰਦਾ ਹੈ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਰੋਜ਼ ਆਰਾਧਨਾ ਕਰਦਾ ਹੈ, ਰੋਜ਼ ਯਾਦ ਕਰਦਾ ਹੈ,
ਅੱਜ ਹੁਣ ਜਾਂਦਾ ਹੈ ਨਾ ਜਦੋਂ ਸੰਗਤਾਂ ਨੂੰ ਲੈ ਕੇ ਪਾਰਲੇ ਪਾਸੇ ਨੂੰ, ਆਨੰਦਪੁਰ ਸਾਹਿਬ ਵਾਲੇ ਪਾਸੇ ਨੂੰ, ਅੱਖਾਂ ਦੇ ਵਿੱਚ ਵੈਰਾਗ ਦੇ ਖੰਝੂ ਨੇ, ਅੰਤਾਂ ਦੇ ਵੈਰਾਗ ਵਿੱਚ ਆਇਆ ਹੋਇਆ ਹੈ ਸਾਧ ਸੰਗਤ। ਉਹ ਪ੍ਰੇਮ ਵਾਲੇ ਪੁੱਛਦੇ ਨੇ, ਸੈਦਿਆ ਅੱਗੇ ਤਾਂ ਬੜੀਆਂ ਪ੍ਰੇਮ ਦੀਆਂ ਗੱਲਾਂ ਕਰਦਾ ਤੇ ਸੁਣਦਾ ਪਰ ਮੈਂ, ਅੱਜ ਤੈਨੂੰ ਕੀ ਹੋਇਆ? ਅੱਜ ਤੂੰ ਕੋਈ ਗੱਲ ਹੀ ਨਹੀਂ ਕਰਦਾ, ਅੱਜ ਤੂੰ ਬੜਾ ਵੈਰਾਗ ਵਿੱਚ ਹੈ। ਕੀ ਤੇਰੇ ਘਰ ਵਿੱਚ ਕੋਈ ਪਰੇਸ਼ਾਨੀ ਹੈ? ਕੀ ਕੋਈ ਦੁੱਖ ਤਕਲੀਫ ਹੈ? ਦੱਸ ਤੂੰ ਸਾਨੂੰ, ਤੇਰੇ ਘਰ ਵਿੱਚ ਕੀ ਦੁੱਖ ਤਕਲੀਫ ਹੈ? ਜੇ ਤੈਨੂੰ ਪੈਸੇ ਦੀ ਜ਼ਰੂਰਤ ਹੈ ਅਸੀਂ ਮਦਦ ਕਰ ਦਿੰਦੇ ਹਾਂ। ਐ ਸੈਦਿਆ ਤੂੰ ਚੁੱਪ ਨਾ ਕਰ, ਤੇਰੇ ਮੁਖ ਦੇ ਵਿੱਚੋਂ ਭਗਵਾਨ ਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ, ਨਾਮ ਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ। ਸੈਦਿਆ ਚੁੱਪ ਨਾ ਕਰ। ਸਹਿਕ ਦੇ ਸਿਸਕ ਦੇ ਬੁੱਲਾਂ ਦੇ ਨਾਲ ਇੱਕੋ ਗੱਲ ਕਹਿੰਦਾ, ਤੁਸੀਂ ਗੁਰੂ ਗੋਬਿੰਦ ਸਿੰਘ ਕੋਲ ਚੱਲੇ ਹੋ? ਤੁਸੀਂ ਕਲਗੀਆਂ ਵਾਲੇ ਕੋਲ ਚੱਲੇ ਹੋ? ਕਹਿੰਦੇ ਹਾਂ ਬਿਲਕੁਲ। ਕਹਿੰਦੇ ਮੇਰੀ ਇੱਕ ਬੇਨਤੀ ਕਰਦੇ ਹੋ, ਕਹਿ ਦਿਓ ਮੇਰੇ ਸਤਿਗੁਰੂ ਨੂੰ ਕਰਦਾ ਯਾਦ ਪਿਆਰਾ ਤੇਰਾ। ਕਹਿ ਦਿਓ ਮੇਰੇ ਸਤਿਗੁਰੂ ਨੂੰ ਕਰਦਾ ਯਾਦ ਪਿਆਰਾ ਤੇਰਾ। ਕਹਿ ਦਿਓ ਮੇਰੇ ਸਤਿਗੁਰੂ ਨੂੰ ਕਰਦਾ ਯਾਦ ਮੇਰੇ ਸਤਿਗੁਰੂ ਨੂੰ ਕਰਦਾ ਯਾਦ ਪਿਆਰਾ। ਹੋਰ ਨਹੀਂ ਕੁਝ ਬੋਲਿਆ, ਉਦਾਸ ਹੈ, ਵੈਰਾਗ ਵਿੱਚ ਹੈ। ਜਿੰਨੀਆਂ ਵੀ ਸੰਗਤਾਂ ਜਾਂਦੀਆਂ ਨੇ ਜਾ ਕੇ ਸਤਿਗੁਰਾਂ ਨੂੰ ਦੱਸਦੀਆਂ ਨੇ, ਮਹਾਰਾਜ ਇੱਕ ਸੈਦਾ ਮਲਾਹ ਹੈ, ਟੁੱਟਿਆ ਜਿਹਾ ਬੇੜਾ ਹੈ ਉਹਦਾ, ਬਹੁਤੇ ਲੋਕ ਉਹਦੇ ਬੇੜੇ ਵਿੱਚ ਸਵਾਰ ਨਹੀਂ ਹੁੰਦੇ। ਅਸੀਂ ਕਦੇ ਕਦੇ ਜਦੋਂ ਆਉਂਦੇ ਹਾਂ ਹਫ਼ਤੇ 2 ਹਫ਼ਤੇ ਵਿੱਚ ਉਹਦੇ ਬੇੜੇ ਵਿੱਚ ਸਵਾਰ ਹੋ ਕੇ ਆਉਂਦੇ ਹਾਂ। ਪਰ ਜਦੋਂ ਮਹਾਰਾਜ ਅਸੀਂ ਆਉਨੇ ਆ ਨਾ, ਸਾਰੇ ਰਸਤੇ ਆਪ ਜੀ ਦੀਆਂ ਗੱਲਾਂ ਕਰਦਾ ਰਹਿੰਦਾ ਹੈ, ਪ੍ਰੇਮ ਭਰੇ ਵਚਨ ਕਰਦਾ ਰਹਿੰਦਾ ਹੈ। ਅੱਜ ਸੱਚੇ ਪਾਤਸ਼ਾਹ ਰੋ ਰਿਹਾ ਸੀ ਤੇਰੇ ਦਰਸ਼ਨਾਂ ਨੂੰ। ਵੱਡੇ ਸੰਤ ਜੀ ਮਹਾਰਾਜ ਰੜਸਾ ਵਾਲੇ ਕਹਿੰਦੇ ਹੁੰਦੇ ਸਨ, ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚਦਾ। ਮਨ ਲੋਚੈ ਗੁਰ ਦਰਸ਼ਨ ਕੋ, ਮੇਰਾ ਮਨ ਗੁਰੂ ਦੇ ਦਰਸ਼ਨਾਂ ਵਾਸਤੇ ਲੋਚ ਰਿਹਾ ਹੈ। ਕਿਉਂ ਬਿੰਦ ਮਿਲਾਈਆਂ ਮੈਂ ਚਾਰੇ ਕੁੰਡਾ ਭਾਲੀਆਂ, ਤੁਧ ਜੀਵੜ ਨਾ ਸਾਈਆਂ। ਸਤਿਗੁਰਾਂ ਦੇ ਦੀਦਾਰ ਵਾਸਤੇ ਮਨ ਮੇਰਾ ਮਨ ਲੋਚੈ, ਗੁਰ ਦਰਸ਼ਨ ਤਾਈ। ਬਿਲਪ ਕਰੈ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ। ਅੰਤਾਂ ਦੇ ਵੈਰਾਗ ਵਿੱਚ ਹੈ। ਕੁਝ ਦਿਨ ਲੰਘੇ, ਸੱਚੇ ਪਾਤਸ਼ਾਹ ਆਪਣੇ ਸੇਵਾਦਾਰਾਂ ਦੇ ਨਾਲ 21 ਸਿੰਘ ਸਨ ਸਤਿਗੁਰਾਂ ਦੇ ਨਾਲ। ਉਸ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਸਿੰਘਾਂ ਨੂੰ ਲੈ ਕੇ ਇਸ ਪਾਸੇ ਆ ਗਏ। ਆ ਕੇ ਸਾਰਿਆਂ ਨੂੰ ਪਤਾ ਹੈ ਕਿ ਅੱਜ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਘੋੜੇ ਤੇ ਨਹੀਂ, ਬੇੜੇ ਤੇ ਸਵਾਰ ਹੋ ਕੇ ਪਰਲੇ ਪਾਸੇ ਜਾਣਗੇ। ਹੁਣ ਸਾਰੇ ਜਾਣੇ ਆਪਣੇ ਬੇੜਿਆਂ ਨੂੰ ਸ਼ਿੰਗਾਰਦੇ ਨੇ, ਕੋਈ ਫੁੱਲਾਂ ਦੇ ਨਾਲ, ਕੋਈ ਮਹਿਕਾਂ ਦੇ ਨਾਲ, ਕੋਈ ਬੜੀ ਸਾਫ਼ ਸਫਾਈ ਦੇ ਨਾਲ। ਇਹ ਵਿਚਾਰਾ ਬੈਠਾ ਉਦਾਸ ਗਰੀਬ ਤਾਂ ਪਹਿਲਾਂ ਹੀ ਹੈ, ਕਿੱਥੋਂ ਡੈਕੋਰੇਸ਼ਨ ਕਰੇ? ਉਦਾਸ ਮਨ ਦੇ ਨਾਲ ਬਸ
ਅੱਖਾਂ ਬੰਦ ਹਨ, ਹਿਰਦੇ ਦੇ ਵਿੱਚ ਸਤਿਗੁਰਾਂ ਦੀ ਮੂਰਤ, ਜਿਵੇਂ ਆਪਣੇ ਮਹਾਰਾਜ ਜੀ ਚਾਹੇ ਸਰੀਰਕ ਕਸ਼ਟ ਆਪਣੇ ਉਹਨਾਂ ਨੇ ਆਪ ਦੇ ਸਰੀਰ ਤੇ ਲਏ ਹੋਏ ਹਨ, ਆਪਣੇ ਕਸ਼ਟਾਂ ਨੂੰ ਕੱਟਣ ਵਾਸਤੇ ਹਜ਼ੂਰ ਮਹਾਰਾਜ ਆਪ ਦੇ ਸਰੀਰ ਦੇ ਉੱਤੇ ਕਸ਼ਟ ਲੈ ਕੇ ਸਾਧ ਸੰਗਤ ਉਧਰ ਬੈਠੇ ਹਨ, ਆਪਣੇ ਕਮਰੇ ਦੇ ਵਿੱਚ, ਆਪਣੇ ਆਰਾਮਗਾਹ ਦੇ ਵਿੱਚ ਆਰਾਮ ਵਿੱਚ ਹਨ। ਉਹਨਾਂ ਦਾ ਚਿੱਤ, ਉਹਨਾਂ ਦਾ ਮਨ ਆਪਣੇ ਵਿੱਚ ਹੈ, ਔਰ ਆਪਣਾ ਮਨ, ਆਪਣਾ ਚਿੱਤ ਉਹਨਾਂ ਦੇ ਵਿੱਚ ਹੈ। ਇੱਥੇ ਦਰਸ਼ਨ ਕਰਦੇ ਹੁੰਦੇ ਨੇ ਜਦੋਂ ਇਹ ਸਜੇ ਹੁੰਦੇ ਨੇ ਮਹਾਰਾਜ ਜੀ ਇੱਥੇ ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ, ਆਪਾਂ ਉਹਨਾਂ ਦੇ ਦਰਸ਼ਨ ਰੱਜ ਰੱਜ ਕੇ ਕਰਦੇ ਹੁੰਦੇਗਾ। ਹੁਣ ਆਪਾਂ ਜਦੋਂ ਅੱਖਾਂ ਬੰਦ ਕਰਦੇ ਆ, ਇਉਂ ਲੱਗਦਾ ਕਿ ਮਹਾਰਾਜ ਜੀ ਇੱਥੇ ਸਜੇ ਹੋਏ ਹਨ, ਇੱਥੇ। ਤੇ ਮਹਾਰਾਜ ਜੀ ਅੰਦਰ ਕਿਤੇ ਸੁੱਤੇ ਥੋੜੋ ਪਏ ਨੇ, ਸਾਧੂ ਕਿਤੇ ਸੌਂਦੇ ਹੁੰਦੇ ਆ, ਜਿਹੜੇ ਸਾਰਾ ਦਿਨ ਸਾਰੀ ਰਾਤ ਆਪਣੀਆਂ ਅਰਦਾਸਾਂ ਸੁਣਦੇ ਐ। ਸਤਿਗੁਰ ਜਾਗਤਾ ਹੈ ਦੇਵ, ਜੇ ਸਾਡੇ ਗੁਰੂ ਪੀਰ ਸਾਧੂ ਸੰਤੀ ਸੌਂ ਗਏ, ਫਿਰ ਸਾਡੀ ਸੁੱਤੀ ਹੋਈ ਕਿਸਮਤ ਨੂੰ ਕੌਣ ਜਗਾਏਗਾ? ਅਸੀਂ ਤਾਂ ਪਹਿਲਾਂ ਹੀ ਬਹੁਤ ਮਾੜੇ ਕਰਮਾਂ ਵਾਲੇ ਹਾਂ, ਸਾਡੀ ਕਿਸਮਤ ਤਾਂ ਪਹਿਲਾਂ ਹੀ ਬੜੀ ਸੁੱਤੀ ਪਈ ਹੈ। ਇਸ ਕਿਸਮਤ ਨੂੰ ਜਗਾਉਣ ਵਾਸਤੇ, ਸਾਡੇ ਮਾੜਿਆਂ ਭਾਗਾਂ ਨੂੰ ਚੰਗਿਆਂ 'ਚ ਕਨਵਰਟ ਕਰਨ ਵਾਸਤੇ ਤਾਂ ਸਾਧੂ ਆਉਂਦੇ ਐ, ਮਹਾਪੁਰਸ਼ ਆਉਂਦੇ ਹਨ। ਇਸ ਕਰਕੇ ਸਾਧੂ ਸੌਂਦੇ ਨਹੀਂ। ਆਪਾਂ ਉਹਨਾਂ ਨੂੰ ਵੀ ਯਾਦ ਕਰੀਏ, ਜਿਵੇਂ ਸੈਦਾ ਮੱਲਾ ਅੱਖਾਂ ਬੰਦ ਕਰਕੇ ਕਲਗੀਧਰ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਬਾਜਾਂ ਵਾਲੇ ਤਾਜਾਂ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰਦਾ ਹੈ, ਅੰਤਰ ਧਿਆਨ ਹੋ ਕੇ ਆਪਾਂ ਸ੍ਰੀ ਹਜ਼ੂਰ ਮਹਾਰਾਜ ਦਾ ਇੱਥੇ ਹੀ ਦੀਦਾਰ ਕਰ ਲਈਏ। ਚਾਹੇ ਮਹਾਰਾਜ ਜੀ ਆਪਣੀ ਆਰਾਮਗਾਹ ਦੇ ਵਿੱਚ ਹਨ, ਪਰ ਸਾਧ ਸੰਗਤ ਜੀ ਆਪਾਂ ਮਨ ਮੈਂ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ, ਮਨ ਮੈਂ ਧਰੀਏ ਧਿਆਨ ਗੁਰਾਂ ਦੀ ਮੂਰਤ ਦਾ। ਅੰਤਾਂ ਦਾ ਧਿਆਨ ਇਕਾਗਰ ਕਰਕੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੇਗਾ ਹੈ। ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਵੇੜੇ ਛੱਡਦੇ ਹੁਣ ਸਾਧ ਸੰਗਤ ਸੈਦੇ ਮਲਾਹ ਦੇ ਕੋਲ ਆ ਗਏ। ਉਹਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ, ਸੈਦਿਆ ਤੂੰ ਅੱਖਾਂ ਬੰਦ ਕਰੀ ਬੈਠਾ ਹੈ, ਅਸੀਂ ਤੇਰੇ ਵੇੜੇ ਵਿੱਚ ਸਵਾਰ ਹੋ ਕੇ ਪਰਲੇ ਪਾਸੇ ਜਾਣਾ ਭਾਈ। ਇੱਕਦਮ ਸਰੀਰ ਨੂੰ ਐਸੀ ਚਰਨਾਹਟ ਲੱਗੀ ਜਿਸ ਤਰ੍ਹਾਂ ਸਰੀਰ ਨੂੰ ਕਰੰਟ ਲੱਗਦਾ ਹੁੰਦਾ ਹੈ। ਸਤਿਗੁਰੂ ਦੁਆਰਾ ਮੁਖ ਤੋਂ ਬੋਲਦੇ ਹਨ, ਸੈਦਿਆ। ਆਪ ਦੇ ਮੁਖ ਤੋਂ ਕਹਿੰਦਾ, ਕਲੰਗੀਆਂ ਵਾਲੇ ਤੁਸੀਂ ਆ ਗਏ। ਸਤਿਗੁਰੂ ਕਹਿੰਦੇ, ਸੈਦਿਆ ਹੇ ਦਸ਼ਮੇਸ਼ ਪਿਤਾ ਤੁਸੀਂ ਆ ਗਏ। ਮਹਾਰਾਜ ਸੈਦਿਆ ਕਹਿੰਦੇ ਹਨ। ਉਹ ਸੱਚੇ ਪਾਤਸ਼ਾਹ ਜੀ ਦਾ ਵਾਰ-ਵਾਰ ਮੁਖ ਤੋਂ ਬਦਲ ਕੇ ਨਾਮ ਰਟਨ ਕਰਦਾ ਹੈ। ਕਹਿੰਦੇ ਅੱਖਾਂ ਕਿਉਂ ਨਹੀਂ ਖੋਲਦਾ? ਕਹਿੰਦਾ ਮੈਨੂੰ ਇਉਂ ਪ੍ਰਤੀਤ ਹੁੰਦਾ ਜਿਵੇਂ ਬੜਾ ਸੋਹਣਾ ਸੁਪਨਾ ਆਉਂਦਾ ਹੋਵੇ। ਜੇ ਮੈਂ ਅੱਖਾਂ ਖੋਲ ਲਈਆਂ ਪਾਤਸ਼ਾਹ ਕਿਤੇ ਤੁਸੀਂ ਚਲੇ ਹੀ ਨਾ ਜਾਓ। ਮੈਂ ਅੰਤਾਂ ਦਾ ਗਰੀਬ ਹਾਂ, ਮੈਨੂੰ ਪਤਾ ਹੈ ਕਿ ਮੇਰੇ ਕਰਮਾਂ ਦੇ ਵਿੱਚ ਤੁਹਾਡੇ ਜਾ ਕੇ ਦਰਸ਼ਨ ਕਰਨੇ ਲਿਖੇ ਨਹੀਂ ਹੋਏ। ਸੁਪਨੇ ਵਿੱਚ ਆ ਗਏ ਮਹਾਰਾਜ, ਇਹ ਵੀ ਬੜਾ ਧੰਨ ਹੈ। ਸੁਪਨੇ ਦੇ ਵਿੱਚ ਤੁਹਾਡੇ ਦੀਦਾਰ ਹੋ ਗਏ, ਇਹ ਵੀ ਬੜੀ ਮੇਰੀ ਵੱਡੀ ਕਿਸਮਤ ਹੈ ਮਹਾਰਾਜ।
ਦਇਆ ਕਰੋ, ਰਹਿਮਤ ਕਰੋ, ਮੈਨੂੰ ਅੱਖਾਂ ਖੋਲਣ ਨੂੰ ਨਾ ਕਹੋ। ਸੇਵਾਦਾਰ ਕਹਿੰਦੇ ਉਹ ਸਹਿਦਿਆ ਤੈਨੂੰ ਸੁਪਨਾ ਨਹੀਂ ਆ ਰਿਹਾ, ਕਲਗੀਆਂ ਵਾਲੇ ਸੱਚੇ ਪਾਤਸ਼ਾਹ ਤੇਰੇ ਨਾਲ ਖੜੇ ਨੇ, ਤੇਰੇ ਕੋਲ ਖੜੇ ਹਨ, ਅੱਖਾਂ ਤਾਂ ਖੋਲ ਜਰਾ। ਜਦੋਂ ਸੈਦਾ ਮਲਾ ਅੱਖਾਂ ਖੋਲ ਕੇ ਵੇਖਦਾ, ਧੰਨ ਹੋ ਗਿਆ ਇਹ ਕਲਗੀਆਂ ਵਾਲੇ ਪ੍ਰੀਤਮਾ, ਗਰੀਬ ਨਿਵਾਜ ਨਾ ਕੀਤੀ। ਮੇਰੇ ਪਾਪੀ ਪੁਰਸ਼ ਨੂੰ, ਮੇਰੇ ਅੰਤਾਂ ਦੇ ਗਰੀਬ ਜੀਵ ਨੂੰ ਤਾਰਨ ਵਾਸਤੇ ਤੁਸੀਂ ਆਪ ਚੱਲ ਕੇ ਆ ਗਏ। ਹੇ ਮਹਾਰਾਜ, ਤੇਰਾ ਕਿਹੜਾ ਕਿਹੜਾ ਸ਼ੁਕਰ ਮਨਾਵਾਂ ਗਰੀਬਾਂ ਨੂੰ ਨਿਵਾਜਣ ਵਾਲਿਆ। ਕੋਟਾਨ ਕੋਟ ਧੰਨਵਾਦ ਹੈ ਸੱਚੇ ਪਾਤਸ਼ਾਹ। ਬੇਨਤੀਆਂ ਕਰਦਾ ਹੈ ਸੱਚੇ ਪਾਤਸ਼ਾਹ, ਕਹਿਣ ਲੱਗੇ ਚੱਲ ਤੂੰ ਹੁਣ ਬਹੁਤੀਆਂ ਗੱਲਾਂ ਨਾ ਕਰ, ਅਸੀਂ ਪਰਲੇ ਪਾਸੇ ਜਾਣਾ ਹੈ, ਚੱਲ ਅਸੀਂ ਤੇਰੇ ਵਿਹੜੇ ਤੇ ਸਵਾਰ ਹੋਈਏ ਤੇ ਚੱਲੀਏ। ਵਿਹੜੇ ਤੇ ਸਵਾਰ ਹੋਏ, ਜਦੋਂ ਜਾਣ ਲੱਗੇ ਸਾਧ ਸੰਗਤ, 5-7-10 ਮਿੰਟ ਦਾ ਰਸਤਾ ਸੀ, ਉਹ ਵਿੱਚ ਹੀ ਘੁਮਾਉਂਦਾ ਫਿਰੀ ਜਾਂਦਾ, ਕਦੇ ਵਿਹੜਾ ਇੱਧਰ ਨੂੰ, ਕਦੇ ਵਿਹੜਾ ਉੱਧਰ ਨੂੰ। ਸੱਚੇ ਪਾਤਸ਼ਾਹ ਕਹਿੰਦੇ ਸੈਦਿਆ ਕਿਸੇ ਪਾਸੇ ਲਾ ਵੀ ਦੇ, ਤੂੰ ਵਿਹੜਾ ਬੰਨੇ ਕਿਉਂ ਨਹੀਂ ਲਾਉਂਦਾ? ਕਹਿੰਦਾ ਮਹਾਰਾਜ ਜੇ ਮੈਂ ਵਿਹੜਾ ਬੰਨੇ ਲਾਤਾ, ਤੁਸੀਂ ਉੱਤਰ ਜਾਣਾ, ਤੁਸੀਂ ਚਲੇ ਜਾਣਾ, ਮੈਂ ਫੇਰ ਕੱਲਾ ਰਹਿ ਜਾਊਗਾ। ਤੇਰੇ ਦਰਸ਼ਨਾਂ ਦੇ ਨਾਲ ਮੇਰਾ ਜੀਵਨ ਹਰਿਆ ਭਰਿਆ ਹੋ ਗਿਆ ਮਾਲਕਾ, ਕਿਰਪਾ ਕਰਕੇ ਹੁਣ ਜਾਓ ਨਾ, ਮੈਨੂੰ ਵਿੱਚੇ ਗੇੜੇ ਜੇ ਦੇ ਲੈਣ ਦਿਓ। ਸੱਚੇ ਪਾਤਸ਼ਾਹ ਬੜੇ ਨਜ਼ਰੀ ਨਜ਼ਰ ਨੇ ਹਾਲ ਕਰ ਰਹੇ ਹਨ। ਕਹਿੰਦੇ ਕਿਉਂ ਨਹੀਂ ਜਿੱਦ ਕਰੀ ਦੀ ਹੁੰਦੀ, ਤੇਰੀ ਭਾਵਨਾ ਪੂਰੀ ਹੋ ਗਈ, ਚੱਲ ਉਧਰ ਬੇੜਾ ਬੰਨੇ ਲਾ। ਜਦੋਂ ਸਾਧ ਸੰਗਤ ਬੇੜਾ ਬੰਨੇ ਲਾਇਆ, ਪਰਲੇ ਪਾਸੇ ਪਹੁੰਚ ਗਏ। ਸੱਚੇ ਪਾਤਸ਼ਾਹ ਕਹਿੰਦੇ ਹਾਂ ਦੱਸ ਤੇਰੇ ਕਿੰਨੇ ਪੈਸੇ ਹੋ ਗਏ? ਕਹਿੰਦਾ ਮਹਾਰਾਜ ਇੱਕ ਮਲਾ ਦੂਜੇ ਮਲਾ ਤੋਂ ਕਿਵੇਂ ਕਿਰਾਇਆ ਲੈ ਲੂਗਾ, ਤੁਸੀਂ ਵੀ ਮਲਾ ਮੈਂ ਵੀ ਮਲਾ। ਸਿੰਘ ਕਹਿੰਦੇ ਸੈਦਿਆ ਤੈਨੂੰ ਕੀ ਹੋ ਗਿਆ? ਤਾਂ ਹੁਣੇ ਤਾਂ ਕਲਗੀਆਂ ਵਾਲੇ ਸੱਚੇ ਪਾਤਸ਼ਾਹ, ਬਾਜਾਂ ਵਾਲੇ, ਤਾਜਾਂ ਵਾਲੇ, ਤਖਤਾਂ ਵਾਲੇ, ਕਿੰਨਾ ਕੁਛ ਕਹਿੰਦੇ ਸੀ, ਹੁਣ ਤੋਂ ਸੱਚੇ ਪਾਤਸ਼ਾਹ ਨੂੰ ਮਲਾ ਕਹੀ ਜਾਂਦਾ। ਓਏ ਮਹਾਰਾਜ ਮਲਾ ਕਿੱਥੋਂ ਬਣ ਗਏ? ਤੂੰ ਮਲਾ ਕਹਿੰਦਾ? ਉਹ ਕਹਿੰਦਾ ਨਹੀਂ ਇਹ ਵੀ ਮਲਾ ਨੇ, ਮੈਂ ਵੀ ਮਲਾ। ਸੱਚੇ ਪਾਤਸ਼ਾਹ ਤਾਂ ਜਾਣੀ ਜਾਣਦੇ, ਸਭਨਾਂ ਦੇ ਦਿਲਾਂ ਦੀਆਂ ਜਾਣਦੇ ਨੇ। ਮਹਾਰਾਜ ਕਹਿੰਦੇ ਸੈਦਿਆ ਤੂੰ ਕਹਿਣਾ ਕੀ ਚਾਹੁੰਦਾ? ਕਹਿੰਦਾ ਸੱਚੇ ਪਾਤਸ਼ਾਹ ਜੀ ਮੈਂ ਆ ਦਰਿਆ ਪਾਰ ਕਰਾਉਣਾ, ਤੁਸੀਂ ਇਹ ਭਵ ਸਾਗਰ ਤੋਂ ਪਾਰ ਲਗਾਉਂਦੇ ਹੋ। ਮੈਂ ਛੋਟਾ ਜਿਹਾ ਮਲਾ, ਤੁਸੀਂ ਬਹੁਤ ਵੱਡੇ ਮਲਾ। हे ਮਹਾਰਾਜ ਤੁਸੀਂ ਵੀ ਮਲਾ ਤੇ ਮੈਂ ਵੀ ਮਲਾ। ਮਹਾਰਾਜ ਕਹਿੰਦੇ ਮੰਗ ਕੀ ਮੰਗਦਾ ਹੈ? ਕਹਿੰਦਾ ਮੰਗਣਾ ਕੁਛ ਨਹੀਂ, ਮੈਂ ਤੁਹਾਨੂੰ ਪਾਰ ਲੰਘਾਤਾ, ਤੁਸੀਂ ਮੈਨੂੰ ਪਾਰ ਲਗਾ ਦਿਓ। ਓਹ ਮਹਾਰਾਜ ਕਿਰਪਾ ਕਰਕੇ ਕਰਮ ਦੇਖ ਲਓ ਮੇਰੇ ਕਿੰਨੇ ਕਿੰਨੇ ਚੰਗੇ, ਮੇਰੇ ਮਾੜੇ ਕਰਮਾਂ ਦਾ ਲੇਖਾ ਪਾੜ ਦਿਓ। ਸੱਚੇ ਪਾਤਸ਼ਾਹ ਇੰਨੇ ਦਇਆ ਦੇ ਘਰ ਵਿੱਚ ਆਏ, ਕੀ ਕਹਿੰਦੇ? 21 ਸਿੰਘਾਂ ਨੂੰ ਤੂੰ ਪਾਰ ਲੰਘਾਇਆ, 21 ਕੁੱਲਾਂ ਤਾਰੂ ਤੇਰੀਆਂ, 21 ਸਿੰਘਾਂ ਨੂੰ ਤੂੰ ਪਾਰ ਲੰਘਾਇਆ ਬਈ, 21 ਕੁੱਲਾਂ ਤਾਰੂ ਤੇਰੀਆਂ, 21 ਕੁੱਲਾਂ ਤਾਰੂ ਤੇਰੀਆਂ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੀਆਂ 21 ਕੁੱਲਾਂ ਦਾ ਉਧਾਰ ਕੀਤਾ। ਜਿਵੇਂ ਆਪਾਂ ਏਡੇ ਵੱਡੇ ਵੱਡੇ ਸਮਾਗਮ ਕਰਦੇ ਹਾਂ, ਜਿਸ ਦੇ ਵਿੱਚ ਸ਼੍ਰੀਮਾਨ ਸੰਤ ਬਾਬਾ ਸਾਧੂ ਸਿੰਘ ਜੀ ਮਹਾਰਾਜ ਜੀ ਆਪ ਹਾਜ਼ਰ ਨਾਜ਼ਰ ਹੋ ਕਰਕੇ ਆਪ ਸਾਰੇ ਸਮਾਗਮ ਦੇ ਵਿੱਚ ਸਭ ਸੰਗਤਾਂ ਦੇ ਦਰਸ਼ਨ ਕਰਦੇ ਹਨ ਅਤੇ ਸਭ ਸੰਗਤਾਂ ਨੂੰ ਦਰਸ਼ਨ ਬਖਸ਼ਦੇ ਹਨ। ਇਹਨਾਂ ਸਮਾਗਮਾਂ ਦਾ ਇਹ ਫਲ ਹੋਣਾ ਚਾਹੀਦਾ ਹੈ। ਜਿਵੇਂ ਤੁਸੀਂ ਬਹੁਤੀ ਸੰਗਤ ਨੇ 40 ਦਿਨ ਬਹੁਤ ਜ਼ਿਆਦਾ ਨਾਮ ਸਿਮਰਨ ਭਜਨ ਬੰਦਗੀ ਕੀਤਾ। ਮਹਾਰਾਜ ਜੀ ਇਸ ਕਰਕੇ ਆਪਾਂ ਨੂੰ ਇੰਨਾ ਨਾਮ ਜਪਾਉਂਦੇ ਨੇ 40 ਦਿਨ ਕਿ ਅਸੀਂ ਸਾਰਾ ਸਾਲ ਹੀ ਇੰਨਾ ਜਪਦੇ ਰਹੀਏ। ਉਹ ਸਾਡੀ ਰੁਟੀਨ ਬਣਾਉਣ ਵਾਸਤੇ ਜਾਪ ਬਖਸ਼ਦੇ ਹਨ। ਸੋ ਸਾਧ ਸੰਗਤ ਜੀ, ਜਿਤਨੀਆਂ ਸੰਗਤਾਂ ਨੇ ਨਾਮ ਸਿਮਰਨ ਭਜਨ ਬੰਦਗੀ ਕੀਤਾ ਸਭਨਾਂ ਦਾ ਕੋਟਾਨ ਕੋਟ ਧੰਨਵਾਦ। ਆਪ ਸਾਰੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਦੀਆਂ, ਸ਼੍ਰੀ ਹਜ਼ੂਰ ਮਹਾਰਾਜ ਸੰਤ ਬਾਬਾ ਮੀਆਂ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ। ਇਵੇਂ ਕਿਵੇਂ ਆਪਾਂ ਆਪਣੇ ਗੁਰੂ ਮਹਾਰਾਜ ਤੇ ਸਾਧੂ ਸੰਤ ਮਹਾਪੁਰਸ਼ਾਂ ਦੇ ਜਨਮ ਦਿਹਾੜੇ ਅਵਤਾਰ ਦਿਹਾੜੇ ਮਨਾਉਂਦੇ ਰਹੀਏ। ਸਾਧ ਸੰਗਤ ਜੀ ਦਾਸ ਦੇ 5 ਮਿੰਟ ਬਾਕੀ ਹੈ, ਕਿਉਂਕਿ ਬੜੇ ਸਤਿਕਾਰਯੋਗ ਢਾਡੀ ਜੱਥਾ ਆਪਣੇ ਪਾਸ ਪਹੁੰਚਿਆ ਹੈ। ਆਪਾਂ ਉਹਨਾਂ ਦੇ ਵੀ ਦਰਸ਼ਨ ਕਰਨੇ ਹਨ। ਸਾਧ ਸੰਗਤ ਆਪਣੇ ਇਲਾਕੇ ਵਿੱਚ ਚਾਹੇ ਪਹਿਲੀ ਵਾਰ ਆਏ ਹਨ, ਪਰ ਅਸੀਂ ਬੜੇ ਲੰਮੇ ਸਮੇਂ ਤੋਂ ਇਹਨਾਂ ਦੇ ਨਾਲ ਵਿਚਾਰ ਕਰ ਰਹੇ ਸਾਂ। ਬੜਾ ਆਨੰਦ ਆਇਆ। ਸੱਚੇ ਪਾਤਸ਼ਾਹ ਕਿਰਪਾ ਕਰ ਐਸੀਆਂ ਰੱਬ ਰੰਗੀਆਂ ਰੂਹਾਂ ਅਤੇ ਕਿਤਨੇ ਸਾਧੂ ਸੰਤ ਮਹਾਂਪੁਰਖਾਂ ਦੇ ਆਪਾਂ ਦਰਸ਼ਨ ਦੀਦਾਰ ਕਰਦੇ ਹਾਂ। ਆਪ ਸੰਗਤਾਂ ਨੂੰ ਹੰਸ ਰੂਪ ਦੇ ਵਿੱਚ ਕਿਹਾ ਗਿਆ ਹੈ। ਆ ਧਾਰਨਾ ਪੜ ਕੇ ਦਾਸ ਖਿਮਨ ਦਾ ਜਾਚਕ ਹੈ। ਬੋਲਦੇ ਵਿਚਾਰਦੇ ਅਨੇਕਾਂ ਹੋਈਆਂ ਗਲਤੀਆਂ ਕਿਰਪਾ ਕਰਕੇ ਮਾਫ ਕਰਨੀਆਂ। ਸਾਧ ਸੰਗਤ ਜੀ, 68 ਤੀਰਥ ਨਿਵਾਸ ਉੱਥੇ ਕਰਦੇ ਜਿੱਥੇ ਸਾਧੂ ਨਾਮ ਜਪਦੇ। 68 ਤੀਰਥ ਨਿਵਾਸ ਉੱਥੇ ਕਰਦੇ ਜਿੱਥੇ ਸਾਧੂ ਨਾਮ ਜਪਦੇ। ਜਿੱਥੇ ਸਾਧੂ ਨਾਮ ਜਪਦੇ। ਹਜ਼ੂਰ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ। ਸਾਰੇ ਪ੍ਰਬੰਧਕ ਸੱਜਣਾਂ ਦਾ, ਸੇਵਾਦਾਰਾਂ ਦਾ, ਜਿਨ੍ਹਾਂ ਨੇ ਸੱਦਾ ਪੱਤਰ ਬਖਸ਼ਿਆ, ਸਾਰਿਆਂ ਦਾ ਧੰਨਵਾਦ। ਸਾਧ ਸੰਗਤ ਜੀ, ਫੇਰ ਸਮਾਂ ਬਣਿਆ, ਫੇਰ ਦੀਦਾਰ ਕਰਾਂਗੇ। ਦੇਵੋ ਅਸੀਸ, ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਪਿਰਤਪਾਲ ਸਿੰਘ ਜੀ ਮਲੇਸ਼ੀਆ ਵਾਲੇ, ਜਿਨ੍ਹਾਂ ਨੇ ਆਪ ਨੂੰ ਗੁਰੂ ਇਤਿਹਾਸ ਨਾਲ ਜੋੜਿਆ। ਇਹਨਾਂ ਦੇ ਇੱਥੇ ਹਾਜ਼ਰੀ ਭਰਨ ਤੇ ਬਾਬਾ ਜੀ ਵੱਲੋਂ ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ ਜੀ। ਹੁਣ ਸਾਡੇ